ਸ੍ਰੀ ਗੁਰੂ ਗੋਬਿੰਦ ਸਿੰਘ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਬੰਦੋਂ ਵਾਰ ਵਾਰ ਜਿਸ ਮੈਂ ਅੰਮ੍ਰਿਤ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਤਦ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਸਾਹਿਬ ਜੀ ਦੋਹਰਾ ਧਰਮ ਧੁਰੰਧਰ ਅਮਰ ਗੁਰ ਸਦਾ ਕਹਿਤ ਉਪਕਾਰ ਰਚਦੇ ਤੀਰਥ ਬਾਵਲੀ ਸਿੱਖਣ ਹੇਤ ਉਧਾਰ ਦੋਹਰਾ ਧਰਮ ਧੁਰੰਧਰ ਅਮਰ ਗੁਰ ਸਦਾ ਚਹਿਤ ਉਪਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਪੂਜਨੀਕ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਸੰਸਕਾਰ ਅਸਥਾਨ ਗੁਰਦੁਆਰਾ ਸ੍ਰੀ ਜੋਤੀ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਗੁਰੂ ਪਿਆਰ ਵਾਲੀਆਂ ਜਿਤਨੀਆਂ ਵੀ ਗੁਰੂ ਦੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ। ਆਪ ਸਰਬੱਤ ਸੰਗਤਾਂ ਦੇ ਵੱਡੇ ਭਾਗ ਹਨ ਜੋ ਐਸੇ ਪਾਵਨ ਪਵਿੱਤਰ ਮਹਾਨ ਅਸਥਾਨ 'ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਇਸ ਪਾਵਨ ਅਸਥਾਨ 'ਤੇ ਸ੍ਰੀ ਗੁਰ ਪ੍ਰਤਾਪ ਸੂਰਜ ਦੀ ਜੋ ਪਾਵਨ ਕਥਾ ਚੱਲ ਰਹੀ ਹੈ, ਇਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਇਤਿਹਾਸ ਲੜੀਵਾਰ ਜੋ ਆਪ ਸਰਵਣ ਕਰ ਰਹੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਵੇਂ ਜਗਤ ਜਲੰਦੇ ਦਾ ਉਧਾਰ ਕਰ ਰਹੇ ਹਨ। ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਬਿਰਾਜਮਾਨ ਹੋ ਕਰਕੇ ਆਓ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸੁਣੀਏ। ਗੁਰੂ ਦੀ ਵਡਿਆਈ ਸਰਵਣ ਕਰਨ ਦਾ ਮਹਾਨ ਵੱਡਾ ਭਾਰੀ ਮਹਾਤਮ ਦੱਸਿਆ ਗਿਆ ਹੈ। ਸੋ ਆਓ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਸੀਸ ਨੂੰ ਝੁਕਾਓ ਅਤੇ ਪਿਆਰ ਨਾਲ ਆਖਣਾ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ ਦੋਹਰਾ ਧਰਮ ਧੁਰੰਧਰ ਅਮਰ ਗੁਰ ਸਦਾ ਚਹਿਤ ਉਪਕਾਰ। ਦੀਨ ਦੁਨੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜੋ ਧਰਮ ਦੇ ਵਿੱਚ ਸਭ ਤੋਂ ਅੱਗੇ ਹਨ, ਮੂਹਰੇ ਹਨ, ਜੋ ਸਦਾ ਹੀ ਸੰਸਾਰੀ ਜੀਵਾਂ ਦਾ ਭਲਾ ਲੋਚਦੇ
ਭੇਜਣਾ ਕਰਨਾ ਚਾਹੁੰਦੇ ਹਨ, ਜਿਸ ਤੋਂ ਸਿੱਖ ਸੰਗਤਾਂ ਅਤੇ ਸੰਸਾਰ ਦੇ ਹੋਰ ਜੀਵਾਂ ਦਾ ਭਲਾ ਹੋਵੇ। ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸੰਗਤ ਬੈਠੀ ਹੋਈ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਬੋਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇੱਥੇ ਗੋਬਿੰਦਵਾਲ ਸਾਹਿਬ ਜੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਇੱਕ ਸੁੰਦਰ ਬਾਉਲੀ ਦੀ ਰਚਨਾ ਕੀਤੀ ਜਾਵੇ ਅਤੇ ਸਿੱਖ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਅਤੇ ਉਹ ਸੰਗਤਾਂ ਇੱਥੇ ਆ ਕੇ ਜਿਹੜਾ ਤੀਰਥ ਅਸੀਂ ਪ੍ਰਗਟ ਕਰਾਂਗੇ ਬਾਉਲੀ ਸਾਹਿਬ ਦਾ, ਇੱਥੇ ਆ ਕੇ ਸੰਗਤਾਂ ਇਸ਼ਨਾਨ ਕਰਨ ਦੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕਰਕੇ ਹੁਕਮ ਕੀਤਾ ਹੈ। ਮਹਾਰਾਜ ਕਹਿੰਦੇ, ਭਾਈ ਹੁਕਮਨਾਮੇ ਲਿਖ ਕਰਕੇ ਦੂਰ ਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਭੇਜਣਾ ਕਰੋ। ਔਰ ਇਸ ਤਰ੍ਹਾਂ ਇਹ ਹੁਕਮਨਾਮਾ ਲਿਖ ਕੇ ਭੇਜੋ ਕਿ ਗੁਰੂ ਜੀ ਇੱਕ ਸੁੰਦਰ ਤੀਰਥ ਦੀ ਰਚਨਾ ਕਰ ਰਹੇ ਹਨ ਅਤੇ ਜਿਹੜੀਆਂ ਸੰਗਤਾਂ ਹਨ ਉਹ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ, ਗੁਰੂ ਪਾਤਸ਼ਾਹ ਜੀ ਉਹਨਾਂ 'ਤੇ ਨਿਹਾਲ ਹੋਣਗੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜਦੋਂ ਬਚਨ ਆਖੇ ਨੇ ਕਿ ਸਿੰਘ ਸੰਗਤਾਂ ਆ ਕੇ ਗੁਰੂ ਦੀ ਕਿਰਪਾ ਪ੍ਰਾਪਤ ਕਰਨ, ਗੁਰੂ ਦੀ ਨਜ਼ਰ ਹੋਵੇਗੀ, ਸਿੱਖ ਸੰਗਤਾਂ ਨਿਹਾਲ ਹੋਣਗੀਆਂ, ਕਿਰਤਾਰਥ ਹੋਣਗੀਆਂ। ਭਾਈ ਪਾਰੂ ਜੀ ਨੇ ਹੁਕਮਨਾਮੇ ਲਿਖ ਕੇ ਭੇਜੇ ਹਨ ਔਰ ਇਸ ਤਰ੍ਹਾਂ ਜਿਵੇਂ ਹੁਕਮਨਾਮੇ ਭੇਜੇ, ਜਿਵੇਂ ਜਿਵੇਂ ਸੰਗਤਾਂ ਦੇ ਕੋਲ ਉਹ ਹੁਕਮਨਾਮੇ ਪਹੁੰਚੇ ਹਨ, ਸੰਗਤਾਂ ਜਿਹੜੀਆਂ ਹਨ ਉਹ ਸੁਣ ਕਰਕੇ ਪੜ੍ਹ ਕੇ ਮਹਾਰਾਜ ਜੀ ਦੇ ਹੁਕਮਨਾਮੇ ਨੂੰ ਗੋਬਿੰਦਵਾਲ ਸਾਹਿਬ ਨੂੰ ਆ ਰਹੀਆਂ ਹਨ। ਇਸ ਤਰ੍ਹਾਂ ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਸੰਗਤਾਂ ਬਹੁਤ ਇਕੱਠੀਆਂ ਹੋਈਆਂ ਔਰ ਸੰਗਤਾਂ ਜਿਹੜੀਆਂ ਹਨ ਉਹ ਜਥਾ ਜੋਗ ਆਪਣੀ ਕਾਰ ਭੇਟਾ ਦਸਵੰਧ ਦੀ ਮਾਇਆ ਉਹ ਵੀ ਲੈ ਕੇ ਆਈਆਂ ਹਨ ਔਰ ਸੰਗਤਾਂ ਮਹਾਰਾਜ ਜੀ ਦੇ ਬੜੀ ਭਾਵਨਾ ਨਾਲ, ਪ੍ਰੇਮ ਨਾਲ ਦਰਸ਼ਨ ਕਰਨ ਦੀ ਉਮੰਗ ਲੈ ਕੇ ਵੀ ਆਈਆਂ ਹਨ ਔਰ ਬੜੀ ਭਾਵਨਾ ਨਾਲ ਇਹ ਸੰਗਤਾਂ ਨਾਲ ਸੰਗਤਾਂ ਕਰਦੀਆਂ ਹਨ ਔਰ ਸੰਗਤਾਂ ਨੂੰ ਇਸ ਗੱਲ ਦੀ ਗਿਆਤ ਹੈ ਕਿ ਇਹਦੇ ਵਿੱਚ ਸਾਡਾ ਭਲਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਦਿਨ ਦਾ ਉਹ ਸਮਾਂ ਨਿਸ਼ਚਿਤ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਵੇਖਿਆ ਬਹੁਤ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਈਆਂ ਹਨ ਅਤੇ ਅੱਜ ਮਹਾਰਾਜ ਜੀ ਆਪਣੇ ਦਰਬਾਰ ਵਿੱਚੋਂ ਬਾਹਰ ਨਿਕਲੇ ਹਨ। ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲੈਣਾ ਕੀਤਾ ਹੈ ਉਹਦੇ ਬਹੁਤ ਸਾਰਾ ਮਿਸ਼ਟਾਨ ਪ੍ਰਸ਼ਾਦ ਜਿਹੜਾ ਉਹ ਮੰਗਾਉਣਾ ਕੀਤਾ ਹੈ। ਬਿਵਾਸਾ ਭਾਵ ਜਿਹੜਾ ਬਿਆਸਾ ਦਰਿਆ ਹੈ ਉਹਦੇ ਕੋਲ ਜਾ ਕੇ ਮਹਾਰਾਜ ਜੀ ਨੇ ਉੱਥੇ ਸੁੰਦਰ ਅਸਥਾਨ ਵੇਖਣਾ ਕੀ ਔਰ ਜਿੱਥੇ ਗੋਬਿੰਦਵਾਲ ਸਾਹਿਬ ਦਾ ਇਹ ਪਾਵਨ ਸਥਾਨ ਜਿਹੜਾ ਸੁਭਾਏਮਾਨ ਹੋ ਰਿਹਾ ਬਿਆਸਾ ਦਰਿਆ ਦੇ ਕੰਢੇ 'ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਸਹਿਜ ਸੁਭਾਅ ਦੇ ਨਾਲ ਤੁਰਦੇ ਹੋਏ ਜਾ ਰਹੇ ਹਨ ਔਰ ਬਹੁਤ ਸਾਰੀਆਂ ਸੰਗਤਾਂ ਦੀ ਭੀੜ ਹੈ, ਬਹੁਤ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਨਾਲ ਚੱਲ ਮਹਾਰਾਜ ਇੱਥੇ ਚੱਲ ਕੇ ਆਏ ਹਨ। ਇਸ ਅਸਥਾਨ ਵੱਲ, ਇਸ ਥਾਂ 'ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਉਸ ਸਮੇਂ ਗੁਰੂ ਪਾਤਸ਼ਾਹ ਜੀ ਨੇ ਇਸ ਅਸਥਾਨ 'ਤੇ ਬਾਉਲੀ ਸਾਹਿਬ ਦਾ ਟੱਕ ਲਾਉਣ ਦਾ ਹੁਕਮ ਕੀਤਾ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ
ਉਹਨਾਂ ਵੱਲ ਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ, ਭਾਈ ਬੁੱਢਾ ਸਾਹਿਬ ਜੀ ਤੁਸੀਂ ਇੱਥੇ ਟੱਕ ਲਾਣਾ ਕਰੋ। ਬਾਬਾ ਬੁੱਢਾ ਸਾਹਿਬ ਜੀ ਨੇ ਕਹੀ ਲੈ ਕੇ ਉੱਥੇ ਟੱਕ ਲਾਣਾ ਕੀਤਾ ਹੈ। ਜਿੱਥੇ ਗੁਰੂ ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਦੱਸਿਆ ਵੀ ਇਸ ਸਥਾਨ 'ਤੇ ਟੱਕ ਲਾਣਾ ਹੈ, ਜਿੱਥੇ ਗੁਰੂ ਮਹਾਰਾਜ ਜੀ ਦਾ ਹੁਕਮ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਟੱਕ ਲਾਇਆ ਹੈ। ਔਰ ਇਸ ਤਰ੍ਹਾਂ ਉੱਥੋਂ ਬਾਬਾ ਬੁੱਢਾ ਸਾਹਿਬ ਨੇ ਕਈ ਨਾਲ ਮਿੱਟੀ ਪੁੱਟੀ ਹੈ। ਔਰ ਆਪ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਟੋਕਰੀ ਮਿੱਟੀ ਦੀ ਭਰ ਕੇ ਉੱਥੇ ਟੱਕ ਲਾਇਆ, ਉਹ ਮਿੱਟੀ ਦੂਰ ਜਾ ਸੁੱਟੀ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਸਾਰੀਆਂ ਸੰਗਤਾਂ ਉੱਥੇ ਸੇਵਾ ਵਿੱਚ ਲੱਗੀਆਂ ਹਨ। ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬਾਨ ਬਹੁਤ ਮਾਣ ਸਤਿਕਾਰ ਦਿੰਦੇ ਰਹੇ ਹਨ। ਅੱਜ ਵੀ ਉਸੇ ਹਿਸਾਬ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਮਾਣ ਵਡਿਆਈ ਗੁਰੂ ਪਾਤਸ਼ਾਹ ਜੀ ਨੇ ਬਖਸ਼ੀ ਹੈ। ਉਸ ਤੋਂ ਬਾਅਦ ਸਾਰੀਆਂ ਸੰਗਤਾਂ ਸੇਵਾ ਵਿੱਚ ਲੱਗੀਆਂ ਹਨ ਅਤੇ ਬੜੇ ਚਾਅ ਨਾਲ, ਬੜੇ ਪ੍ਰੇਮ ਨਾਲ ਸਿੱਖ ਸੰਗਤ ਸੇਵਾ ਕਰ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਉੱਥੇ ਖੜ ਕੇ ਸਤਿਗੁਰੂ ਜੀ ਸੇਵਾ ਕਰਵਾ ਰਹੇ ਹਨ ਔਰ ਸੰਗਤ ਬੜੀ ਭਾਵਨਾ ਨਾਲ, ਪਿਆਰ ਨਾਲ ਸੇਵਾ ਕਰ ਰਹੀ ਹੈ। ਅੱਜ ਵੀ ਆਪਾਂ ਗੁਰਮੁਖੋ ਵੇਖਦੇ ਹਾਂ, ਜਿੱਥੇ ਕਿੱਥੇ ਸੇਵਾ ਦੀ ਲੋੜ ਪਵੇ ਤੇ ਜਿਹੜੀ ਸਿੱਖ ਸੰਗਤ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਐਸੀ ਕਿਰਪਾ ਵਰਤਾਈ ਹੋਈ ਹੈ ਕਿ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ, ਬੜੀ ਪ੍ਰੀਤ ਨਾਲ ਸੰਗਤ ਸੇਵਾ ਕਰਦੀ ਹੈ। ਭਾਵੇਂ ਕਿਤਨੀ ਗਰਮੀ ਹੋਵੇ, ਸਰਦੀ ਹੋਵੇ, ਕੋਈ ਵੀ ਸਮਾਂ ਹੋਵੇ, ਐਸਾ ਪ੍ਰੇਮ ਸੰਗਤ ਦੇ ਅੰਦਰ ਉਮਾਹਦਾ ਹੈ। ਸੋ ਉਸੇ ਹਿਸਾਬ ਨਾਲ ਸੰਗਤ ਸੇਵਾ ਕਰ ਰਹੀ ਹੈ। ਔਰ ਇਹ ਜਿਹੜਾ ਵਰਤਾਂਤ ਹੈ ਵੀ ਇੱਥੇ ਇੱਕ ਮਹਾਰਾਜ ਜੀ ਤੀਰਥ ਪ੍ਰਗਟ ਕਰ ਰਹੇ ਹਨ। ਇਹ ਦੂਰ ਦੂਰ ਇਹ ਵਰਤਾਂਤ ਸਾਰੇ ਪਾਸੇ ਗੱਲ ਫੈਲੀ ਹੈ ਔਰ ਇਹ ਗੱਲ ਫੈਲੀ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋ ਪਰਮੇਸ਼ਵਰ ਸਰੂਪ ਹਨ, ਉਹ ਇੱਥੇ ਮਹਾਨ ਤੀਰਥ ਪ੍ਰਗਟ ਕਰ ਦਿੱਤਾ ਹੈ। ਔਰ ਸਿੱਖ ਸੰਗਤਾਂ ਆਪਣੇ ਨਗਰਾਂ ਵਿੱਚੋਂ, ਆਪਣੇ ਘਰਾਂ ਵਿੱਚੋਂ ਕਈਆਂ ਆਦਿਕ ਲੈ ਕੇ ਆਉਂਦੇ ਹਨ ਅਤੇ ਘਰਾਂ ਦੇ ਵਿੱਚੋਂ ਟੋਕਰੀਆਂ ਆਦਿਕ ਵੀ ਜਿਹੜੇ ਜ਼ਰੂਰੀ ਵਰਤਣਯੋਗ ਸਾਧਨਾਂ ਨੂੰ ਲੈ ਕੇ ਆਉਂਦੇ ਹਨ। ਜਿਵੇਂ ਜਿਵੇਂ ਸਾਰੇ ਸਿੱਖ ਪ੍ਰੇਮ ਨਾਲ ਸੇਵਾ ਕਰ ਰਹੇ ਹਨ, ਸਤਿਗੁਰੂ ਜੀ ਉਸੇ ਤਰ੍ਹਾਂ ਸੰਗਤਾਂ 'ਤੇ ਬੜੀ ਕਿਰਪਾ, ਬੜੀ ਬਖਸ਼ਿਸ਼ ਕਰ ਰਹੇ ਹਨ। ਸੇਵਾ ਐਸੀ ਵੱਡੀ ਦਾਤ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਵਾ ਦਾ ਮਹਾਤਮ ਦੱਸਦੇ ਨੇ ਸੰਸਕ੍ਰਿਤੀ ਦੇ ਅੰਦਰ। ਕੋਈ ਸਿੱਖ ਭਾਵਨਾ ਨਾਲ ਸੇਵਾ ਕਰੇ, ਮਹਾਰਾਜ ਕਹਿੰਦੇ ਜਿਹੜਾ ਸੰਸਾਰ ਵਿੱਚ ਸੰਸਾਰਿਕ ਤੌਰ 'ਤੇ, ਰੂਹਾਨੀਅਤ ਤੌਰ 'ਤੇ ਸਭ ਤੋਂ ਪਿੱਛੇ ਰਹਿ ਗਿਆ ਹੈ, ਪਛੜਿਆ ਹੋਇਆ ਬਿਲਕੁਲ, ਉਹਨੂੰ ਗੁਰੂ ਦੀ ਸੇਵਾ ਅੱਗੇ ਕਰ ਦਿੰਦੀ, ਸਭ ਨਾਲੋਂ ਸ਼੍ਰੋਮਣੀ ਬਣਾ ਦਿੰਦੀ ਹੈ। ਪਾਸ਼ੰ ਕ੍ਰੋਧ ਅਗਰਣੀ ਬਣੈ, ਨਿਰਾਸੰਗ ਆਸ ਪੂਰਨ ਹੈ। ਜਿਹਦੀ ਕੋਈ ਵੀ ਆਸਾ ਪੂਰੀ ਨਹੀਂ ਹੋ ਰਹੀ, ਨਿਰਾਸ਼ ਹੋ ਜਾਂਦਾ ਹਰ ਥਾਂ ਤੋਂ, ਉਹ ਭਾਵਨਾ ਨਾਲ ਸੇਵਾ ਕਰੇ। ਕੱਲ੍ਹ ਪਰਸੋਂ ਦੀ ਗੱਲ ਹੈ, ਇੱਕ ਜੋ ਨੈੱਟ 'ਤੇ ਖਬਰ ਆਈ ਹੈ, ਅੰਮ੍ਰਿਤਸਰ ਦੀ ਰਹਿਣ ਵਾਲੀ ਇੱਕ ਭੈਣ ਬੀਬੀ, ਉਹਨੂੰ ਕੈਂਸਰ ਦਾ ਰੋਗ ਹੋ ਗਿਆ ਅਤੇ ਡਾਕਟਰਾਂ ਨੇ ਕਹਿਤਾ 2 ਮਹੀਨੇ ਦੀ ਇਹਦੀ ਜ਼ਿੰਦਗੀ ਵੱਧ ਤੋਂ ਵੱਧ, ਇਸ ਤੋਂ ਵੱਧ ਇਹ ਨਹੀਂ ਜੀ ਸਕੇਗੀ। ਵੱਡੇ ਤੋਂ ਵੱਡੇ ਦਿੱਲੀ ਤੱਕ ਉਹ ਜਾ ਆਏ ਨੇ, ਵੱਡੇ ਤੋਂ ਵੱਡੇ ਡਾਕਟਰਾਂ ਨੇ ਇਹ ਦਾਅਵਾ ਕਰ ਦਿੱਤਾ ਇਹ 2 ਮਹੀਨਿਆਂ ਤੋਂ ਵੱਧ ਨਹੀਂ ਜੀ ਸਕੇਗੀ। ਪਰ ਉਹਨੂੰ ਭਾਵਨਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ 'ਤੇ, ਔਰ ਉਹਨੇ ਲਗਾਤਾਰ ਆ ਕੇ ਉਹ ਸੇਵਾ ਕੀਤੀ ਕਿ ਚਲੋ
ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਉਹ ਖੁਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਮੇਰਾ ਗੁਰੂ ਸਮਰੱਥ ਹੈ। ਦੁਨੀਆ ਦੇ ਡਾਕਟਰਾਂ ਨੇ ਹੱਥ ਖੜੇ ਕਰਤੇ ਨੇ, ਪਰ ਮੇਰੇ ਗੁਰੂ ਰਾਮਦਾਸ ਜੀ ਦਾ ਹੱਥ ਹਮੇਸ਼ਾ ਬਖਸ਼ਿਸ਼ ਭਰਿਆ ਹੈ, ਰਹਿਮਤਾਂ ਭਰਿਆ, ਉਹ ਕਦੇ ਖਾਲੀ ਨਹੀਂ ਮੋੜਦੇ। ਔਰ ਉਹਨਾਂ ਦੀ ਇੱਕ ਬੇਟੀ ਹੈ ਛੋਟੇ 4-5 ਸਾਲਾਂ ਦੀ ਸ਼ਾਇਦ, ਤਾਂ ਉਹ ਦੇਖੋ ਅੱਜ ਉਹ ਭੈਣ ਬੀਬੀ ਬਿਲਕੁਲ ਨੋਰਮਲ ਹੈ, ਬਿਲਕੁਲ ਸਰੀਰ ਉਹਦਾ ਠੀਕ ਹੈ, ਸਾਰੇ ਉਹਦੇ ਟੈਸਟ ਠੀਕ ਨੇ। ਕੈਂਸਰ ਦਾ ਐਡਾ ਭਾਰੀ ਰੋਗ ਆਖਰੀ ਸਟੇਜ 'ਤੇ ਪਹੁੰਚਿਆ ਹੋਇਆ, ਜਿੱਥੇ ਡਾਕਟਰ ਕਹਿੰਦੇ ਨੇ ਹੁਣ ਕੋਈ ਇਲਾਜ ਨਹੀਂ ਹੈ। ਉਹਨੇ ਲਗਾਤਾਰ ਉੱਥੇ ਸੇਵਾ ਕੀਤੀ ਹੈ, ਔਰ ਪਹਿਲਾਂ ਤੋਂ ਵੀ ਉਹ ਸੇਵਾ ਕਰ ਰਹੀ ਸੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ, ਪਾਛੰ ਕ੍ਰੋਧ ਅਗਰਣੀ ਬਣੈ। ਇਹ ਅੱਜ ਵੀ ਤੁਸੀਂ ਪਤਿਆਵਾ ਕਰਕੇ ਵੇਖ ਲਓ, ਕਿਸੇ ਤਰ੍ਹਾਂ ਪਿੱਛੇ ਰਹਿ ਗਏ ਹੋ। ਸੇਵਾ ਕਰਨ ਲੱਗ ਜਾਵੋ ਗੁਰੂ ਦਰਬਾਰ ਦੇ ਵਿੱਚ। ਤੁਹਾਡੇ ਨਗਰਾਂ ਵਿੱਚ ਜਿਹੜੀਆਂ ਸੰਗਤਾਂ ਨਗਰਾਂ ਵਿੱਚੋਂ ਹੋਰ ਥਾਵਾਂ ਤੋਂ, ਆਪਣੇ ਨਗਰਾਂ ਵਿੱਚ ਵੀ ਅਤੇ ਗੁਰਦੁਆਰੇ ਨੇ ਸ਼ਹਿਰਾਂ ਵਿੱਚ, ਉੱਥੇ ਵੀ ਭਾਵਨਾ ਨਾਲ ਸੇਵਾ ਕਰੋਗੇ। ਗੁਰੂ ਗ੍ਰੰਥ ਸਾਹਿਬ ਜੀ ਉੱਥੇ ਵੀ ਪ੍ਰਤੱਖ ਵਰਤਦੇ ਨੇ। ਮਹਾਰਾਜ ਬਚਨ ਕਰਤੇ ਗੁਰੂ ਰਾਮਦਾਸ ਜੀ ਨੇ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ। ਪ੍ਰਤੱਖ ਉੱਥੇ ਮਹਾਰਾਜ ਸਾਰੀਆਂ ਥਾਵਾਂ 'ਤੇ ਵਰਤਦੇ ਨੇ, ਪ੍ਰਤੱਖ ਗੁਰੂ ਨਿਸਤਾਰੇ। ਔਰ ਜਿਸ ਥਾਂ 'ਤੇ ਦਾਸ ਸੇਵਾ ਨਿਭਾ ਰਿਹਾ ਹੈ, ਗੁਰਦੁਆਰਾ ਜਪ ਸਾਹਿਬ ਰਾਜਪੁਰਾ ਵਿਖੇ, ਉੱਥੇ ਵੀ ਗੁਰਮੁਖੋ ਇਸ ਤਰ੍ਹਾਂ ਦੇ ਕਈ ਕੌਤਕ ਅੱਖਾਂ ਨਾਲ ਵੇਖਦੇ ਨੇ। ਮਹਾਰਾਜ ਪ੍ਰਤੱਖ ਵਰਤਦੇ ਨੇ ਹਰ ਇੱਕ ਥਾਂ 'ਤੇ। ਸਾਡੀ ਭਾਵਨਾ ਕਮਜ਼ੋਰ ਨਹੀਂ ਹੋਣੀ ਚਾਹੀਦੀ, ਸਾਡੀ ਸ਼ਰਧਾ ਘੱਟ ਨਹੀਂ ਹੋਣੀ ਚਾਹੀਦੀ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਮਹਾਰਾਜ ਕਹਿੰਦੇ ਗੁਰੂ ਤੇ ਸਦਾ ਨਾਲ ਹੈ। ਸਾਡੀ ਭਾਵਨਾ, ਬਸ ਗੱਲ ਇੱਥੇ ਹੈ ਭਾਵਨਾ ਦੀ ਪ੍ਰੀਤ ਦੀ। ਜਿੱਥੇ ਉਹ ਕਮੀ ਆ ਗਈ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿਤਾ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਊਂ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜੇ ਕਿਤੇ ਮਨ ਵਿੱਚ ਆ ਗਿਆ ਚਲੋ ਕਿਸੇ ਪੰਡਤ ਕੋਲ ਜਾ ਕੇ ਹੱਥ ਦਿਖਾ ਲਈਏ, ਕੰਮ ਨਹੀਂ ਚੱਲਦਾ, ਸਿਹਤ ਨਹੀਂ ਠੀਕ ਰਹਿੰਦੀ, ਅਤੇ ਗੁਰਦੁਆਰੇ ਆਪਾਂ ਸੇਵਾ ਵੀ ਕਰ ਰਹੇ ਹਾਂ, ਫਿਰ ਕਿਵੇਂ ਗੁਰੂ ਬਾਂਹ ਪਕੜੇਗਾ। ਇੱਕ ਪਾਸੇ ਤੇ ਆਪਾਂ ਕਿਸੇ ਜੋਸ਼ੀ ਕੋਲ ਜਾ ਰਹੇ ਹਾਂ, ਕਿਤੇ ਪੈਰ ਨੂੰ ਧਾਗਾ ਬੰਨਿਆ, ਕਿਤੇ ਹੱਥ 'ਤੇ ਧਾਗਾ ਬੰਨਿਆ ਹੈ, ਕਿਤੇ ਕੋਈ ਨਗ ਪਵਾ ਲਿਆ। ਕੁਝ ਵੀ ਕਰਨ ਦੀ ਲੋੜ ਨਹੀਂ, ਬਸ ਭਾਵਨਾ ਨਾਲ। ਮਹਾਰਾਜ ਪੰਚਮ ਪਾਤਸ਼ਾਹ ਨੇ ਮੋਹਰ ਲਾਤੀ, ਤੁਸੀਂ ਸੇਵਾ ਕਰੋ। ਪਾਛੰ ਕ੍ਰੋਧ ਅਗਰਣੀ ਬਣੈ, ਨਿਰਾਸੰਗ ਆਸ ਪੂਰਨੈ, ਨਿਰਧਨ ਵਿਅੰਗ ਧਨਵੰਤੈ, ਰੋਗੀਅੰਗ ਰੋਗ ਖੰਡਣੈ। ਰੋਗੀਆਂ ਦੇ ਰੋਗ ਖੰਡੇ ਜਾਂਦੇ ਨੇ, ਭਾਵਨਾ ਹੋਣੀ ਚਾਹੀਦੀ ਹੈ। ਅਤੇ ਮਹਾਰਾਜ ਕਹਿੰਦੇ ਭਗਤ ਅੰਗ ਭਗਤ ਦਾਨ, ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾਤਾਰੈ, ਨਾਨਕ ਗੁਰ ਸੇਵਾ ਕਿਉਂ ਨਾ ਲੱਭੇ। ਅਤੇ ਗੁਰੂ ਦੀ ਸੇਵਾ ਵਿੱਚੋਂ ਕੀ ਕੁਝ ਨਹੀਂ ਲੱਭਦਾ। ਅੱਜ ਤੱਕ ਜਿਹਨੇ ਵੀ ਭਾਵਨਾ ਨਾਲ ਸੇਵਾ ਕੀਤੀ, ਉਹਨੇ ਜੋ ਵੀ ਮੰਗਿਆ ਹੈ ਉਹੀ ਕੁਝ ਪ੍ਰਾਪਤ ਹੋਇਆ। ਐਸੀ ਮਹਾਨ ਗੁਰੂ ਦੀ ਸੇਵਾ ਕੋਈ ਤੁਛ ਨਹੀਂ ਹੈ। ਗੁਰੂ ਖਾਲਸਾ ਜੀ, ਜਿਤਨੀ ਵੀ ਆਪ ਸੇਵਾ ਕਰਦੇ ਹੋ ਗੁਰੂ ਘਰ ਅੰਦਰ, ਭਾਵੇਂ ਬਰਤਨ ਮਾਂਜੋ, ਝਾੜੂ ਲਾਵੋ, ਫਰਸ਼ ਧੋਵੋ, ਕੋਈ ਵੀ ਸੇਵਾ ਹੈ, ਉਹ ਸੇਵਾ ਭਾਵਨਾ ਨਾਲ ਕਰੋ ਅਤੇ ਉਹਦੇ ਨੂੰ ਫਲ ਲੱਗਦਾ ਹੈ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਿਵੇਂ ਅਸੀਂ ਕਥਾ ਪੜ੍ਹਦੇ ਹਾਂ, ਕੀਰਤਨ ਹੁੰਦਾ ਹੈ, ਗੁਰਬਾਣੀ ਦਾ ਪਾਠ, ਹਰ ਇੱਕ ਤਰ੍ਹਾਂ ਦੀ ਸੇਵਾ, ਉਹਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ। ਜਦੋਂ ਭਾਵਨਾ ਨਾਲ ਸੇਵਾ ਕਰਾਂਗੇ, ਪ੍ਰੇਮ ਨਾਲ ਕਰਾਂਗੇ, ਸੇਵਾ ਦਾ ਮਹਾਤਮ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਖ ਸੰਗਤਾਂ ਬੜੀ ਭਾਵਨਾ ਨਾਲ ਸੇਵਾ ਕਰ ਰਹੀਆਂ ਹਨ। ਔਰ ਇਸ ਤਰ੍ਹਾਂ ਜਿਹੜੇ ਸਿੱਖ ਹਨ, ਉਹ ਨਿਤ ਪ੍ਰਤੀ ਇੱਥੇ ਕਾਰ ਸੇਵਾ ਕਰ ਰਹੇ ਹਨ, ਔਰ ਬੜੇ ਭਾਵਨਾ ਨਾਲ, ਬੜੇ ਬਲ ਨਾਲ ਇਹ ਸੇਵਾ ਜਿਹੜੀ ਹੈ ਮਿੱਟੀ ਨੂੰ ਖੋਦ ਰਹੇ ਨੇ। ਭਾਗੌੜੀ ਸਾਹਿਬ ਦਾ ਅਸਥਾਨ ਦੀ ਖੁਦਾਈ ਹੋ ਰਹੀ ਹੈ। ਸਿੱਖ ਸੰਗਤਾਂ ਜ਼ੋਰ ਬਲ ਨਾਲ, ਭਾਵਨਾ ਨਾਲ ਕਰ ਰਹੀਆਂ ਹਨ। ਔਰ ਸਾਰੀ ਸੰਗਤ ਜਿੰਨੀ ਵੀ ਇੱਥੇ ਕਾਰ ਸੇਵਾ ਕਰਦੀ ਹੈ, ਗੁਰੂ ਕੇ ਲੰਗਰ ਵਿੱਚੋਂ ਸਾਰੀ ਸੰਗਤ ਲੰਗਰ ਵੀ ਭਾਵਨਾ ਨਾਲ ਛਕਦੀ ਹੈ। ਔਰ ਜਿੱਥੇ ਸੰਗਤਾਂ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ, ਉੱਥੇ ਕੁਝ ਮਜ਼ਦੂਰ ਵੀ ਆਉਂਦੇ ਹਨ।
ਉਹਨਾਂ ਨੂੰ ਵੀ ਮਹਾਰਾਜ ਕਾਰ ਦਿੰਦੇ ਨੇ, ਕੰਮ ਦਿੰਦੇ ਨੇ, ਤੁਸੀਂ ਵੀ ਕਰੋ, ਤੁਹਾਨੂੰ ਦਿਹਾੜੀ ਮਿਲੇਗੀ। ਕਿਉਂਕਿ ਗੁਰੂ ਕੋਲ ਜਿਸ ਤਰ੍ਹਾਂ ਵੀ ਕੋਈ ਆਉਂਦਾ ਮਹਾਰਾਜ ਕਿਸੇ ਨੂੰ ਵੀ ਵਿਹਲਾ ਨਹੀਂ ਰਹਿੰਦੇ, ਕਹਿੰਦੇ ਭਾਈ ਸਾਰੇ ਸੇਵਾ ਕਰੋ। ਜੇ ਕੋਈ ਦਿਹਾੜੀ ਕਰੇਗਾ, ਨੌਕਰੀ ਕਰੇਗਾ, ਉਹਨੂੰ ਉਸ ਹਿਸਾਬ ਨਾਲ ਮਹਾਰਾਜ ਕਿਰਪਾ ਕਰਦੇ ਹਨ। ਔਰ 2 ਆਨੇ ਉਹਨਾਂ ਨੂੰ ਦਿਹਾੜੀ ਦਿੱਤੀ ਜਾਂਦੀ ਹੈ, ਨਾਲੇ ਲੰਗਰ ਨਾਲੇ ਸੇਵਾ ਕਰਦੇ ਨੇ, ਉੱਥੇ ਦਿਹਾੜੀ ਆਪਣੀ ਲਾਉਂਦੇ ਨੇ, 2 ਆਨੇ ਮਜ਼ਦੂਰੀ ਮਿਲਦੀ ਹੈ। ਔਰ ਤੇ ਮਨ ਭਾਵਤ ਉਹਨਾਂ ਨੂੰ ਗੁਰੂ ਦਾ ਲੰਗਰ ਵੀ ਛਕਣ ਨੂੰ ਮਿਲਦਾ ਹੈ। ਔਰ ਇਸ ਤਰ੍ਹਾਂ ਨਿਤ ਵਰਤੀ ਉਹ ਵੀ ਉੱਥੋਂ ਲੰਗਰ ਛਕਦੇ ਹਨ। ਬਹੁਤ ਭਾਰੀ ਲੰਗਰ ਜਿਹੜਾ ਹੈ ਉੱਥੇ ਤਿਆਰ ਹੋਣ ਲੱਗਾ ਹੈ। ਔਰ ਜਿਹੜੇ ਸਿੱਖਾਂ ਨੂੰ ਭਾਵਨਾ ਨਾਲ ਲੰਗਰ ਵਿੱਚ ਵੀ ਸੇਵਾ ਕਰਦੇ ਨੇ, ਔਰ ਜਿਹੜੀ ਬੌਲੀ ਸਾਹਿਬ ਦੇ ਅਸਥਾਨ ਦੀ ਰਚਨਾ ਹੋ ਰਹੀ ਹੈ ਉੱਥੇ ਵੀ ਸੇਵਾ ਕਰ ਰਹੇ ਹਨ। ਅਤੇ ਜਿਹੜੇ ਸਿੱਖ ਹਨ ਬਹੁਤ ਸਾਰੇ ਧਨਾੜ ਸਿੱਖ, ਉਹ ਬਹੁਤ ਸਾਰਾ ਧਨ ਵੀ ਗੁਰੂ ਕੇ ਲੰਗਰ ਵਾਸਤੇ ਲਿਆਉਂਦੇ। ਪਤਾ ਲੱਗਾ ਨਾ ਵੀ ਉੱਥੇ ਸੰਗਤ ਬਹੁਤ ਇਕੱਠੀ ਹੋ ਰਹੀ ਹੈ। ਲੰਗਰ ਜਿਸ ਤਰ੍ਹਾਂ ਵੀ ਕਿਸੇ ਕੋਲ ਕੋਈ ਚੀਜ਼ ਹੈ, ਲੰਗਰ ਦੀਆਂ ਵਸਤੂਆਂ ਹਨ, ਰਸਤਾਂ ਹਨ, ਕਿਸੇ ਕੋਲ ਪੈਸਾ ਜ਼ਿਆਦਾ, ਉਹ ਕਹਿੰਦੇ ਚਲੋ ਮੈਂ ਆਪਣਾ ਇੱਦਾਂ ਹਿੱਸਾ ਪਾ ਲਵਾਂ। ਕੋਈ ਲੰਗਰ ਦੀ ਰਸਤ ਕਿਸੇ ਕੋਲ ਹੈ ਘਰ ਦੇ ਵਿੱਚ, ਉਹ ਰਸਤ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਸਿੱਖ ਭਾਵਨਾ ਨਾਲ ਸਭ ਤਰ੍ਹਾਂ ਕਰਕੇ ਸੇਵਾ ਕਰ ਰਹੇ ਹਨ। ਔਰ ਇਸ ਤਰ੍ਹਾਂ ਜਿਹੜੀ ਹੈ ਉਹ ਬੜੇ ਹੀ ਭਾਵਨਾ ਨਾਲ ਸੰਗਤਾਂ ਸੇਵਾ ਕਰ ਰਹੀਆਂ ਹਨ। ਬੈਠ ਮਿਹਨਤੀ ਦੇਤ ਲਗਾਏ। ਅਤੇ ਜਿਹੜੇ ਮਿਹਨਤ ਕਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਿਹਨਤ ਹੈ ਗੁਰੂ ਪਾਤਸ਼ਾਹ ਜੀ ਆਪ ਬੈਠ ਕੇ ਸਾਰਿਆਂ ਨੂੰ ਵੰਡਦੇ ਹਨ। ਜਿੱਥੇ ਬੌਲੀ ਸਾਹਿਬ ਦੀ ਰਚਨਾ ਹੋ ਰਹੀ ਹੈ ਉੱਥੇ ਬਹੁਤ ਸਾਰੀ ਸੰਗਤ ਦੀ ਭੀੜ ਹਰ ਸਮੇਂ ਹੋ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੇ ਕਦੇ ਜਾ ਕੇ ਉੱਥੇ ਬੈਠ ਜਾਂਦੇ ਹਨ। ਔਰ ਜਿਹੜੀਆਂ ਸੰਗਤਾਂ ਹਨ ਉਹ ਧਨ ਤਾਂ ਹੈ ਜੇਕਰ ਨਾਲ ਸਿਮਰਨ ਚੱਲ ਰਿਹਾ ਹੋਵੇ। ਇਸ ਕਰਕੇ ਜਦੋਂ ਵੀ ਸੇਵਾ ਕਰਨੀ ਗੁਰੂ ਘਰ ਅੰਦਰ ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ ਉਦੋਂ ਕੇਵਲ ਨਾਲ ਸਿਮਰਨ ਹੋਣਾ ਚਾਹੀਦਾ ਹੈ, ਫਿਰ ਉਹਦੀ ਬਰਕਤ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਸਿੱਖ ਜਿਹੜੇ ਨੇ ਉਹ ਸੇਵਾ ਕਰ ਰਹੇ ਹਨ। ਔਰ ਬੜੇ ਹੀ ਵੱਡੀ ਭਾਵਨਾ ਨਾਲ ਜਿਹੜੇ ਸਿੱਖ ਨੇ ਉਹ ਦੀਰਘ ਲਾਹਾ ਸੇਵਾ ਦਾ ਇੱਥੇ ਵੀ ਬੜਾ ਵੱਡਾ ਲਾਭ ਹੈ ਸਾਨੂੰ, ਤੇ ਇਹ ਸੇਵਾ ਕੀਤੀ ਅੱਗੇ ਵੀ ਫਲ ਦੇਵੇਗੀ। ਬਾਣੀ ਦੇ ਬਚਨ ਨੇ ਮਹਾਰਾਜ ਨੇ ਮੋਹਰ ਲਾਤੀ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਆ ਨਾ। ਜਿੱਥੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਾ ਦੇਣ ਉਸ ਗੱਲ 'ਤੇ ਕਦੇ ਸ਼ੱਕ ਨਹੀਂ ਕਰਨਾ, ਕਦੇ ਕਿੰਤੂ ਨਹੀਂ ਕਰਨਾ। ਸਤਿਗੁਰੂ ਕਹਿੰਦੇ ਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਦਰਗਾਹ ਦੇ ਵਿੱਚ ਵੀ ਥਾਂ ਮਿਲ ਜਾਂਦੀ। ਭਾਈ ਸ਼ਮੀਰ ਨੇ ਸੇਵਾ ਕੀਤੀ ਸੀ ਤੇ ਸਾਧ ਸੰਗਤ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨੂੰ ਕਹਿੰਦੇ ਮਹਾਰਾਜ ਦਰਗਾਹ ਵਿੱਚ ਪੀੜੀ ਜਿੰਨੀ ਥਾਂ ਚਾਹੀਦੀ ਹੈ। ਸੇਵਾ ਕੀਤੀ ਤੇ ਮਹਾਰਾਜ ਜੀ ਨੇ ਉਹਦੀ ਸੁਪਨੇ ਦੇ ਵਿੱਚ ਰਾਸੀ ਕੱਢ ਕੇ ਜੀਵਦੇ ਜੀ ਉਹਨੂੰ ਜੀਵਨ ਮੁਕਤੀ ਜਿਹੜੀ ਪਦਵੀ ਹੈ ਉਹ ਬਖਸ਼ ਦਿੱਤੀ। ਕਿੱਡੀ ਵੱਡੀ ਉਹਦੀ ਸੇਵਾ ਸੀ। ਮਹਾਰਾਜ ਜੀ ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਪਾਤਸ਼ਾਹ ਜੀ ਉਸ ਇਲਾਕੇ ਵਿੱਚ ਗਏ ਨੇ। ਪਿੱਛੇ ਜਿਹੜੀ ਹੈ ਮੁਗਲ ਹਕੂਮਤ ਪਿੱਛਾ ਕਰ ਰਹੀ ਹੈ। ਉਸ ਚੌਧਰੀ ਸ਼ਮੀਰ ਨੂੰ ਸੁਨੇਹਾ ਪਹੁੰਚਿਆ, ਚਿੱਠੀ ਪਹੁੰਚੀ ਸੂਬੇ ਵਜ਼ੀਰ ਖਾਨ ਦੀ, ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਸਾਡੇ ਹਵਾਲੇ ਕਰ ਦਿਓ, ਨਹੀਂ ਤੇ ਤੁਹਾਨੂੰ ਬਹੁਤ ਵੱਡਾ ਇਹਦਾ ਖਮਿਆਜਾ ਭੁਗਤਣਾ ਪਏਗਾ। ਉਹ ਕਹਿਣ ਲੱਗਾ ਮੇਰਾ ਇਹ ਪੀਰ ਹਨ, ਇਹ ਮੇਰੇ ਗੁਰੂ ਹਨ, ਸਾਡੇ ਜੀਵਦੇ ਜੀ ਤੇ ਗੱਲ ਹੋ ਨਹੀਂ ਸਕਦੀ, ਸਾਡੇ ਮਰਨ ਤੋਂ ਬਾਅਦ ਹੋ ਸਕਦਾ ਹੈ। ਕਿੰਨੀ ਵੱਡੀ ਭਾਵਨਾ ਉਸ ਸਮੇਂ ਦੇਖੋ। ਸਿੱਧੀ ਹਕੂਮਤ ਦੇ ਨਾਲ ਟੱਕਰ ਲਈ ਉਹਨਾਂ ਨੇ, ਆਪਣੇ ਘਰ ਵਿੱਚ ਰੱਖਿਆ, ਸੇਵਾ ਕੀਤੀ ਮਹਾਰਾਜ ਜੀ ਦੀ ਆਪਣੇ ਨਗਰ ਵਿੱਚ ਰੱਖ ਕੇ। ਤੇ ਸਾਧ ਸੰਗਤ ਵੇਖੋ ਮਹਾਰਾਜ ਜੀ ਨੇ ਫਿਰ ਬਖਸ਼ਿਸ਼ਾਂ ਉਹਦੇ 'ਤੇ ਕੀਤੀਆਂ। ਇਹ ਜਿਹੜਾ ਮਾਲਵਾ ਇਲਾਕਾ ਹਰਿਆ ਭਰਿਆ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਹੀ ਬਖਸ਼ਿਸ਼ਾਂ ਕੀਤੀਆਂ ਸਨ। ਸੇਵਾ ਦੇ ਵਿੱਚ ਸਾਡੇ ਅੰਦਰ ਭਾਵਨਾ ਪੂਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਲੋਕ ਪਰਲੋਕ ਵਿੱਚ ਇਹ ਸੇਵਾ ਦਾ ਮਹਾਤਮ ਪ੍ਰਾਪਤ ਹੁੰਦਾ ਹੈ। ਔਰ ਜਿਹੜੇ ਸਿੱਖ
ਇਹ ਸੇਵਾ ਚੱਲ ਰਹੀ ਹੈ, ਬੜੇ ਭਾਵਨਾ ਨਾਲ, ਬੜੇ ਚਾਅ ਨਾਲ ਆ ਕੇ ਸੇਵਾ ਕਰਦੇ ਹਨ। ਬੜੇ ਚਾਅ ਨਾਲ, ਭਾਵਨਾ ਨਾਲ। ਅਸਲ ਵਿੱਚ ਸੇਵਾ ਹੁੰਦੀ ਤਾਂ ਹੈ, ਭਾਵੇਂ ਆਪਾਂ ਬਾਣੀ ਪੜ੍ਹਨ ਦੀ ਸੇਵਾ ਕਰ ਰਹੇ ਹਾਂ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਜਦੋਂ ਆਪਾਂ ਗੁਰਮੁਖੋ ਭਾਵਨਾ ਨਾਲ ਸੇਵਾ ਕਰਾਂਗੇ, ਇਹਦਾ ਭਾਰੀ ਮਹਾਤਮ ਹੈ। ਇਸ ਤਰ੍ਹਾਂ ਉਹ ਸਿੱਖ ਆ ਕੇ ਸੇਵਾ ਕਰ ਰਹੇ ਹਨ। ਲਾਹੌਰ, ਜਿਸ ਦਾ ਨਾਮ ਪਹਿਲਾਂ ਲਵਪੁਰ ਸੀ, ਅਤੇ ਹੋਰ ਜਿਹੜੇ ਵੱਡੇ ਵੱਡੇ ਨਗਰ ਹਨ, ਜਿੰਨੇ ਵੀ ਹੋਰ ਪਿੰਡ ਹਨ, ਸ਼ਹਿਰ ਹਨ, ਜਿੱਥੇ ਜਿੱਥੇ ਖਬਰ ਪਹੁੰਚੀ ਹੈ, ਸਤਿਗੁਰੂ ਜੀ ਇੱਕ ਸੋਹਣਾ ਤੀਰਥ ਬਾਵਲੀ ਸਾਹਿਬ ਦੀ ਰਚਨਾ ਕਰ ਰਹੇ ਹਨ, ਜਿੱਥੇ ਆ ਕੇ ਇਸ਼ਨਾਨ ਕਰਨ ਨਾਲ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋਵੇਗਾ। ਹਾਂ, ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਆਵੇਗਾ, ਉਹਦੀ ਪੂਰੀ ਹੋ ਜਾਵੇਗੀ। ਇਸ ਤਰ੍ਹਾਂ ਇਹ ਸੁਣ ਕੇ ਦੂਰੋਂ ਦੂਰੋਂ ਸਿੱਖ ਜਿਹੜੇ ਨੇ ਉੱਥੇ ਆ ਰਹੇ ਹਨ, ਅਤੇ ਕਈਆਂ ਦੇ ਕੋਲ ਧਨ ਬਹੁਤ ਹੈ। ਉਹਨਾਂ ਨੇ ਕਈ ਮਜ਼ਦੂਰ ਆਪਣੇ ਵੱਲੋਂ ਪੈਸਾ ਦੇ ਕੇ, ਜਿਵੇਂ ਕਿਸੇ ਕੋਲ ਪੈਸਾ ਜ਼ਿਆਦਾ, ਕਹਿੰਦੇ ਚਲੋ ਮੇਰੇ ਵੱਲੋਂ 2 ਦਿਹਾੜੀਦਾਰ ਉੱਥੇ ਮੈਂ ਲਾ ਦਿੰਦਾ ਹਾਂ, ਕਿਸੇ ਨੇ 5, ਕਿਸੇ ਨੇ 10। ਇਸ ਤਰ੍ਹਾਂ ਜਿਹੜੇ ਨੇ ਧਨ ਦੁਆਰਾ ਵੀ ਸੇਵਾ ਇਸ ਤਰ੍ਹਾਂ ਕੀਤੀ ਹੈ। ਅਤੇ ਜਿਹੜੇ ਹੋਰ ਸਿੱਖ ਆਪ ਸੇਵਾ ਕਰ ਰਹੇ ਨੇ, ਉਹ ਕਈਆਂ ਲੈ ਕੇ ਆ ਕੇ ਮਿੱਟੀ ਪੁੱਟਦੇ ਹਨ, ਔਰ ਇੱਕ ਜਾਂਦਾ ਹੈ। ਕਈ ਇੱਦਾਂ ਨੇ ਪਰਿਵਾਰਾਂ ਦੇ ਵਿੱਚ, ਜਿਵੇਂ 4 ਭਰਾ ਨੇ, 2 ਅੱਜ ਸੇਵਾ ਕਰ ਰਹੇ ਨੇ, 2-4 ਦਿਨ, 2 ਬਾਅਦ ਵਿੱਚ ਆ ਗਏ। ਇੱਦਾਂ ਵੀ ਸੇਵਾ ਹੁੰਦੀ ਹੈ, ਔਰ ਹੋਣੀ ਵੀ ਚਾਹੀਦੀ ਹੈ। ਅੱਜ ਵੀ ਜਦੋਂ ਲੋੜ ਪਏ, ਆਪਾਂ ਵੇਖਦੇ ਹਾਂ ਘਰ ਵਿੱਚ 4 ਮੈਂਬਰ ਨੇ, ਇੱਕ ਕੋਲ ਵੀ ਸਮਾਂ ਨਹੀਂ ਕਈ ਵਾਰ ਹੁੰਦਾ, ਕਹਿੰਦੇ ਅਸੀਂ ਬਿਜੀ ਬਹੁਤ ਹਾਂ, ਭਾਵੇਂ ਘਰ ਵਿਹਲੇ ਹੀ ਰਹਿਣ। ਗੁਰਮੁਖੋ, ਇਸ ਤਰ੍ਹਾਂ ਦਾ ਸਾਨੂੰ ਆਪਣੀ ਵਿਧੀ ਬਣਾਉਣੀ ਚਾਹੀਦੀ ਜੀਵਨ ਦੀ, ਕਿ ਆਪਾਂ ਤਾਂ ਇਹ ਦੇਖਦੇ ਹਾਂ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਨਾ ਘਰਾਂ ਵਿੱਚ, ਘਰ ਦੇ ਕਿੰਨੇ ਵੀ ਮੈਂਬਰ ਹੋਣ, ਉਹ ਸਾਰੇ ਵੱਖਰੇ ਜਾ ਕੇ ਬੈਠ ਕੇ ਗੱਪਾਂ ਮਾਰੀ ਜਾਣਗੇ, ਮੋਬਾਇਲ ਚਲਾਈ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਪ੍ਰਵਾਹ ਚੱਲ ਰਿਹਾ, ਪਰ ਉੱਥੇ ਨਹੀਂ ਕੋਈ ਬੈਠੇਗਾ। ਚਾਹੀਦਾ ਤਾਂ ਇਹ ਹੈ ਵੀ ਪਰਿਵਾਰ ਦਾ ਇੱਕ ਜੀਵ ਕਮ ਸੇ ਕਮ ਕੇਸੀ ਇਸ਼ਨਾਨ ਕਰਕੇ ਚੌਰ ਸਾਹਿਬ ਦੀ ਸੇਵਾ ਕਰੀ ਜਾਵੇ। ਇੱਕ ਜਾਵੇ, ਇੱਕ ਫਿਰ ਘੰਟੇ ਬਾਅਦ ਲੱਗ ਜਾਵੇ। ਇਸ ਤਰ੍ਹਾਂ ਸਾਡੀ ਇਹ ਜਦੋਂ ਆਪਾਂ ਇੱਦਾਂ ਭਾਵਨਾ ਨਾਲ ਬਾਣੀ ਪੜ੍ਹਾਵਾਂਗੇ ਤਾਂ ਇਹਦਾ ਬੜਾ ਵੱਡਾ ਮਹਾਤਮ ਹੈ। ਪਰ ਹੁਣ ਕੇਵਲ ਬਹੁਤਾ ਕਰਮਕਾਂਡ ਹੋਣ ਲੱਗ ਪਿਆ ਹੈ। ਅਖੰਡ ਪਾਠ ਰਖਾ ਦਿੰਦੇ ਨੇ, ਬਸ ਭੋਗ ਵਾਲੇ ਦਿਨ ਹੀ ਹਾਜ਼ਰ ਹੁੰਦੇ ਨੇ। ਉੱਥੇ ਵੀ ਆਪਾਂ ਇਹ ਵੇਖਦੇ ਹਾਂ, ਮਰਿਆਦਾ ਨਹੀਂ ਵੇਖਦੇ। ਆਪਾਂ ਕਹਿੰਦੇ ਹਾਂ ਵੀ ਸਾਡਾ ਕੋਈ ਰਿਸ਼ਤੇਦਾਰ ਲੇਟ ਹੋ ਗਿਆ, ਭੋਗ ਲੇਟ ਕਰ ਦਿਓ। ਗੁਰੂ ਦੀ ਮਰਿਆਦਾ ਨਹੀਂ ਵੇਖਣੀ। ਕਹਿੰਦੇ ਜੀ ਕੀਰਤਨ ਤਾਂ ਲੰਮਾ ਕਰ ਦਿਓ, ਰਿਸ਼ਤੇਦਾਰ ਲੇਟ ਹੋ ਗਏ ਨੇ, ਉਹਨਾਂ ਨੂੰ ਆ ਜਾਣ ਦਿਓ। ਮਰਿਆਦਾ ਨਹੀਂ ਅਸੀਂ ਦੇਖਣੀ, ਅਸੀਂ ਗੁਰੂ ਦੀ ਖੁਸ਼ੀ ਨਹੀਂ ਲੈਣੀ। ਅਤੇ ਫਿਰ ਕਹਿੰਦੇ ਹਾਂ ਜੀ ਸ਼ਬਦ ਪੜ੍ਹ ਦਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਗੁਰਮੁਖੋ, ਸਤਿਗੁਰੂ ਨਦਰ ਤਾਂ ਕਰੇਗਾ ਆਪਾਂ ਦੁਨੀਆ ਨੂੰ ਭੁੱਲ ਜਾਈਏ ਕਿ ਮੇਰੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਆਏ ਨੇ, ਬਸ ਮੈਂ ਇਹਨਾਂ ਦੇ ਬਚਨ ਹੀ ਸੁਣਨੇ ਨੇ। ਅਤੇ ਮਰਿਆਦਾ ਦੇ ਅਨੁਸਾਰ ਜਦੋਂ ਆਪਾਂ ਚੱਲਾਂਗੇ ਸੁੱਖ ਮਿਲੇਗਾ। ਅੱਜ ਸਭ ਨਾਲੋਂ ਜ਼ਿਆਦਾ ਸਿੱਖ ਹੀ ਮਰਿਆਦਾ ਨੂੰ ਤੋੜ ਰਹੇ ਹਨ। ਸਾਨੂੰ ਮਰਿਆਦਾ ਨੂੰ ਮੰਨਣਾ ਪਵੇਗਾ, ਕਿਉਂਕਿ ਗੁਰਮੁਖੋ ਆਸਾ ਕੀ ਵਾਰ ਦਾ ਆਪ ਕੀਰਤਨ ਸਰਵਣ ਕਰਦੇ ਹੋ। ਮਹਾਰਾਜ ਕਹਿੰਦੇ ਵੇਖੋ ਉੱਥੇ ਸ਼ਬਦ ਵਰਤਿਆ ਭੈ, ਅਸਲ ਵਿੱਚ ਉਹ ਭੈ ਸ਼ਬਦ ਮਰਿਆਦਾ ਵਾਸਤੇ ਵਰਤਿਆ ਹੈ। ਮਹਾਰਾਜ ਕਹਿੰਦੇ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਉਹ ਭੈ ਕਿਹੜਾ ਨਿਰਮਲ ਭੋ ਹੈ, ਉਹ ਮਰਿਆਦਾ ਹੈ। ਸੂਰਜ ਚੱਲ ਰਿਹਾ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਇੰਨੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਨੇ, ਉਹ ਭੈ ਵਿੱਚ ਚੱਲਦੀਆਂ ਨੇ। ਪਰ ਸਾਡੇ ਅੰਦਰ ਗੁਰੂ ਦਾ ਭੈ ਨਹੀਂ ਰਹਿ ਗਿਆ, ਡਰ ਨਹੀਂ ਰਹਿ ਗਿਆ ਅੱਜ ਦੇ ਸਿੱਖ ਦੇ ਅੰਦਰ। ਅਤੇ ਫਿਰ ਆਪਾਂ ਖੁਆਰ ਵੀ ਤਾਂ ਹੀ ਹੋ ਰਹੇ ਹਾਂ। ਸੋ ਇਸ ਕਰਕੇ ਗੁਰੂ ਦੀ ਭੈ ਭਾਵਨੀ ਦੇ ਵਿੱਚ ਆਈਏ। ਸਿੱਖ ਸੰਗਤਾਂ ਇਸ ਤਰ੍ਹਾਂ
ਗੋਬਿੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਸੇਵਾ ਕਰ ਰਹੀਆਂ ਹਨ। ਸਿੱਖ ਸੰਗਤਾਂ ਦੇ ਵਿੱਚ ਬੜਾ ਉਲਾਸ ਹੈ, ਬੜੀ ਖੁਸ਼ੀ ਹੈ, ਬੜੇ ਖੇੜਾ ਇਸ ਗੱਲ ਦਾ ਕਿ ਏਡਾ ਵੱਡਾ ਤੀਰਥ ਗੁਰੂ ਮਹਾਰਾਜ ਪ੍ਰਗਟ ਕਰ ਰਹੇ ਹਨ। ਔਰ ਇਸ ਤਰ੍ਹਾਂ ਕਾਰ ਸੇਵਾ ਦੇ ਬੌਲੀ ਸਾਹਿਬ ਦੀ ਜਿਹੜੀ ਕਾਰ ਸੇਵਾ ਉਹਦੇ ਵਿੱਚ ਬੜੇ ਅਨੁਰਾਗ ਬੜੇ ਪ੍ਰੇਮ ਨਾਲ ਲੱਗੇ ਹਨ। ਸਤਿਗੁਰੂ ਦੀ ਸੇਵਾ ਵਿੱਚ ਇਹ ਸਤਿਗੁਰੂ ਦੀ ਸੇਵਾ, ਗੁਰੂ ਵੀ ਗੁਰੂ ਘਰ ਦੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੇਵਾ ਹੈ ਨਾ, ਉਹ ਜਦੋਂ ਆਪਾਂ ਕਰਨੀ ਆਪਾਂ ਉਹਨੂੰ ਗੁਰੂ ਦੀ ਸੇਵਾ ਸਮਝ ਕੇ ਕਰਨਾ ਹੈ, ਫਿਰ ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ। ਲਾਹੌਰ ਤੋਂ ਬਹੁਤ ਸਾਰੇ ਮਜ਼ਦੂਰ ਚੱਲ ਕੇ ਆਏ ਹਨ ਅਤੇ ਬੜੇ ਚਾਅ ਨਾਲ ਉਹ ਵੀ ਇੱਥੇ ਆ ਕੇ ਲੱਗੇ ਹਨ। ਦਿਨ ਦੇ ਵਿੱਚ ਉਹ ਲੰਗਰ ਜਿਹੜਾ ਛਕਦੇ ਨੇ ਗੁਰੂ ਕੇ ਲੰਗਰ ਵਿੱਚੋਂ ਛਕਦੇ ਹਨ। ਜਦੋਂ ਸ਼ਾਮ ਹੁੰਦੀ ਹੈ ਦਿਹਾੜੀ ਉਹ ਆਪਣੀ ਗੁਰੂ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਪ੍ਰੇਮੀ ਸਿੱਖ ਵੀ ਚੱਲ ਕੇ ਆਉਂਦੇ ਹਨ ਅਤੇ ਸਾਧ ਸੰਗਤ ਉਹ ਜਿਹੜੇ ਸਿੱਖ ਮਿਹਨਤੀ ਹਨ, ਜਿਹੜੇ ਗਰੀਬ ਕਈ ਸਿੱਖ ਉਹਨਾਂ ਨੂੰ ਗੁਰੂ ਘਰ ਅੰਦਰ ਕੰਮ ਮਿਲਦਾ, ਉਹਨਾਂ ਨੂੰ ਵੀ ਦਿਹਾੜੀ ਮਿਲਦੀ ਹੈ। ਜਿਹੜੇ ਮਜ਼ਦੂਰ ਨੇ ਉਹ ਭਾਵੇਂ ਉਹਨਾਂ ਨੇ ਸਿੱਖ ਧਰਮ ਨਹੀਂ ਧਾਰਨ ਕੀਤਾ, ਉਹ ਵੀ ਆ ਕੇ ਜਦੋਂ ਦਿਹਾੜੀ ਕਰਦੇ ਉਹਨਾਂ ਨੂੰ ਮਿਲਦੀ ਹੈ। ਜਿਹੜੇ ਸਿੱਖ ਹਨ ਕਈ ਸਿੱਖ ਵੀ ਮਜ਼ਦੂਰੀ ਕਰਨ ਵਾਲੇ ਨੇ। ਇੱਥੇ ਵੀ ਇੱਕ ਬੇਨਤੀ ਹੈ, ਜਦੋਂ ਆਪਾਂ ਕੋਈ ਵੀ ਕੰਮ ਕਰੀਏ ਨਾ ਗੁਰਮੁਖੋ ਆਪਣੇ ਘਰ ਵਿੱਚ ਉਸਾਰੀ ਦਾ ਕੋਈ ਵੀ, ਪਹਿਲਾਂ ਆਪਣੇ ਜਿਹੜੇ ਸਿੱਖ ਗਰੀਬ ਭਾਈਚਾਰਾ ਨਾ ਆਪਾਂ ਉਹਨਾਂ ਨੂੰ ਕੰਮ ਦਈਏ, ਜਾਂ ਜਿਨ੍ਹਾਂ ਕੋਲ ਜ਼ਾਤੀ ਦੌਲਤ ਜਿਨ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਨੇ ਉਹ ਵੀ ਆਪਣੀਆਂ ਫੈਕਟਰੀਆਂ ਵਿੱਚ ਜਿਹੜੇ ਅੰਮ੍ਰਿਤਧਾਰੀ ਸਿੱਖ ਗਰੀਬ ਹਨ ਉਹਨਾਂ ਨੂੰ ਗੁਰਮੁਖੋ ਕੰਮ ਦਿਆ ਕਰੋ ਜ਼ਿਆਦਾ, ਕਿਉਂਕਿ ਆਪਣੇ ਜਿਹੜੇ ਸਿੱਖ ਭਾਈਚਾਰਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਫਾਈਨੈਂਸ਼ਲੀ ਤੌਰ 'ਤੇ ਵੀ ਧਨ ਦੇ ਤੌਰ 'ਤੇ ਵੀ ਇਹ ਵੀ ਇੱਕ ਸੇਵਾ ਗੁਰੂ ਦੀ। ਜਦੋਂ ਆਪਾਂ ਸਿੱਖ ਦੀ ਸੇਵਾ ਕਰਦੇ ਹਾਂ ਨਾ ਕਿਸੇ ਦੀ ਕਿਸੇ ਵੀ ਰੂਪ ਦੇ ਵਿੱਚ, ਉਹ ਸੇਵਾ ਗੁਰੂ ਦੀ ਹੈ। ਰਹਿਤਨਾਮਿਆਂ ਦੇ ਅੰਦਰ ਜ਼ਿਕਰ ਆਉਂਦਾ ਹੈ, ਆਪ ਸਿੱਖ ਜੋ ਰਾਜਾ ਹੋਈ ਜਿਹੜਾ ਹੈ ਨਿਰਧਨ ਸਿੱਖੋ ਪਾਲੇ ਸੋਈ, ਕਿ ਜਿਹੜਾ ਸਿੱਖ ਆਪ ਰਜਿਆ ਹੋਇਆ ਜਿਹਦੇ ਕੋਲ ਬਹੁਤ ਧਨ ਹੈ ਉਹਦਾ ਇਹ ਫਰਜ਼ ਬਣਦਾ ਹੈ ਉਹ ਆਪਣੇ ਨਾਲ ਕੋਈ ਗਰੀਬ ਸਿੱਖ ਉਹਨੂੰ ਦਿਖਾਈ ਦਿੰਦਾ, ਉਹਦੀ ਫਾਈਨੈਂਸ਼ਲੀ ਤੌਰ 'ਤੇ ਧਨ ਦੇ ਤੌਰ 'ਤੇ ਮਦਦ ਕਰੇ, ਭਾਵੇਂ ਉਹਨੂੰ ਕੰਮ ਦੇਵੇ ਜਾਂ ਉਹਨੂੰ ਕੋਈ ਕਾਰੋਬਾਰ ਖੁਲਾ ਦੇਵੇ, ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਵੀ ਹੋ ਸਕਦਾ। ਇਹ ਵੀ ਗੁਰੂ ਦੀ ਸੇਵਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਗੁਰ ਸਿੱਖ ਪ੍ਰੀਤ ਗੁਰੂ ਮੁਖ ਪਾਏ। ਜਦੋਂ ਤੁਸੀਂ ਕਿਸੇ ਗੁਰਸਿੱਖ ਦੇ ਮੁਖ ਵਿੱਚ ਪਾਉਂਦੇ ਹੋ ਤਾਂ ਗੁਰੂ ਬੜਾ ਖੁਸ਼ ਹੁੰਦਾ ਹੈ। ਗੁਰੂ ਬੜਾ ਜਿਹੜਾ ਹੈ ਉਹ ਨਜ਼ਰੋਂ ਨਜ਼ਰ ਨਿਹਾਲ ਕਰਦਾ ਵੀ ਇਸ ਸਿੱਖ ਨੇ ਮੇਰੇ ਸਿੱਖ ਦੀ ਸੇਵਾ ਕੀਤੀ ਹੈ। ਸੋ ਇਹ ਵੀ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਆਪਣੇ ਜੀਵਨ ਦੇ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਮਿਲਦੇ ਨੇ। ਸੋ ਜਿਹੜੇ ਗਰੀਬ ਸਿੱਖ ਆ ਕੇ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਮਿਹਨਤ ਮਜ਼ਦੂਰੀ ਮਿਲਦੀ ਹੈ। ਇਹ ਜਿਹੜੀ ਬੌਲੀ ਸਾਹਿਬ ਦੀ ਬੜੀ ਵੱਡੀ ਕਾਰ ਸੇਵਾ ਚੱਲ ਰਹੀ ਹੈ। ਔਰ ਸਾਧ ਸੰਗਤ ਜੀਓ ਹੋਵਤ ਹੈ ਵੀ ਬਿਦਤ ਜਹਾਨਾ, ਸਾਰੇ ਸੰਸਾਰ ਵਿੱਚ ਪ੍ਰਗਟ ਹੋਈ ਹੈ। ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਅਦੇ ਸੇਵਕ ਰੂਪ ਦੇ ਵਿੱਚ ਹਨ, ਉਹ ਵੀ ਇੱਥੇ ਸੰਗਤਾਂ ਨਾਲ ਮਿਲ ਕੇ ਸੇਵਾ ਕਰ ਰਹੇ ਹਨ ਔਰ ਆਪਣੇ ਹਿਰਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰੇਮ ਨੂੰ ਧਾਰਨ ਕਰਕੇ ਸੇਵਾ ਕਰ ਰਹੇ ਹਨ। ਔਰ ਬੜੀ ਭਾਰੀ ਸੇਵਾ ਜਿਹੜੀ ਹੈ ਉਹ ਮਹਾਰਾਜ ਗੁਰੂ ਰਾਮਦਾਸ ਜੀ ਜੋ ਅਜੇ ਸੇਵਕ ਰੂਪ ਵਿੱਚ ਹਨ, ਉਹ ਬੜੀ ਭਾਰੀ ਸੇਵਾ ਇੱਥੇ ਕਰ ਰਹੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਰਬ ਗਰਭ ਤੇ ਹੋਏ ਨਿਰਾਲਾ। ਕਿਸੇ ਵੀ ਤਰ੍ਹਾਂ ਦਾ ਉਹਨਾਂ ਮਹਾਰਾਜ ਜੀ ਨੂੰ ਹੰਕਾਰ ਨਹੀਂ ਹੈ, ਕਿਉਂਕਿ ਸੇਵਾ ਕਰਦਿਆਂ ਅਕਸਰ ਇਹ ਚੀਜ਼ ਹੋ ਜਾਂਦੀ ਹੈ, ਜਦੋਂ ਬੰਦਾ ਥੋੜ੍ਹੇ ਦਿਨ ਸੇਵਾ ਕਰ ਲੇ ਨਾ ਕਿਸੇ ਅਸਥਾਨ 'ਤੇ, ਉਹ ਉੱਥੇ ਫਿਰ ਆਪਣੀ ਜਥੇਦਾਰੀ ਜਿਹੜੀ ਹੈ ਉਹ ਪ੍ਰਗਟ ਗਾਉਣ ਲੱਗ ਪੈਂਦਾ। ਮੈਨੂੰ ਤਾਂ ਇੰਨਾ ਸਮਾਂ ਹੋ ਗਿਆ ਸੇਵਾ ਕਰਦਿਆਂ, ਜਿਹੜਾ ਕੋਈ ਨਵਾਂ ਸਿੱਖ ਆਵੇ ਉਹਦੀ ਤਾਂ ਫਿਰ ਰੋਹ ਪਾਉਣ ਲੱਗ ਜਾਂਦੇ ਨੇ। ਉਹ ਪਹਿਲੇ ਦਿਨ ਵਾਲੀ ਭਾਵਨਾ ਨਹੀਂ ਰਹਿੰਦੀ। ਜਦੋਂ ਪਹਿਲੇ ਦਿਨ ਵੱਲ ਆਇਆ ਸੀ
ਸੋ ਗੁਰਮੁਖੋ ਇਹ ਵੀ ਸਾਡੇ ਜੀਵਨ ਵਿੱਚ ਸਾਨੂੰ ਧਾਰਨ ਕਰਨਾ ਪਵੇਗਾ। ਇਹ ਕਥਾ ਦਾ ਭਾਵ ਇਹੀ ਹੈ ਕਿ ਪੜ੍ਹ ਸੁਣ ਕੇ ਸਾਨੂੰ ਇਹ ਸਮਝ ਆ ਜਾਵੇ, ਕੋਈ ਵੀ ਆਪਾਂ ਬਾਣੀ ਦੀ ਪੜ੍ਹਨ ਦੀ, ਕਥਾ ਕਰਨ ਦੀ, ਕੀਰਤਨ ਦੀ ਸੇਵਾ ਹੈ, ਉਹਦਾ ਹੰਕਾਰ ਨਹੀਂ ਹੋਣਾ ਚਾਹੀਦਾ। ਕਿਉਂਕਿ ਮਨੁੱਖ ਜਦੋਂ ਕਿਸੇ ਥਾਂ 'ਤੇ ਸੇਵਾ ਲਗਾਤਾਰ ਕਰਦਾ ਤੇ ਫਿਰ ਉਹ ਕਹਿੰਦਾ ਵੀ ਮੇਰੇ ਵਰਗਾ ਤੇ ਹੁਣ ਕੋਈ ਹੈ ਹੀ ਨਹੀਂ। ਸੋ ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਸੇ ਵੀ ਪ੍ਰਕਾਰ ਦਾ ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਹੰਕਾਰ ਨਹੀਂ ਹੈ। ਔਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜੋ ਸੇਵਕ ਰੂਪ ਦੇ ਵਿੱਚ ਹਨ, ਸਭ ਤਰ੍ਹਾਂ ਕਰਕੇ ਸੇਵਾ ਕਰ ਰਹੇ ਹਨ। ਆਪਣੇ ਸਿਰ ਤੇ ਆਪ ਟੋਕਰੀ ਚੁੱਕਦੇ ਹਨ, ਮਿੱਟੀ ਭਰ ਭਰ ਕੇ ਮਹਾਰਾਜ ਸੇਵਾ ਕਰ ਰਹੇ ਹਨ। ਨਿਜ ਕੁਲ ਦੀ ਲੱਜਾ ਵੀ ਸ਼ਰਮ ਨਹੀਂ, ਮਹਾਰਾਜ ਉਹਦੀ ਵੀ ਲੱਜਾ ਨਹੀਂ ਕਰਦੇ। ਕਿਉਂਕਿ ਸਾਡੇ ਅੰਦਰ ਇਹ ਲੱਜਾ ਆਉਂਦੀ ਹੈ ਵੀ ਮੈਂ ਤਾਂ ਬੜੀ ਉੱਚੀ ਕੁਲ ਦਾ, ਮੈਂ ਕਿਉਂ ਭਾਂਡੇ ਮਾਂਜਾਂ, ਮੈਂ ਕਿਉਂ ਇਹ ਸੇਵਾ ਕਰਾਂ। ਅੱਜ ਤੁਸੀਂ ਵੇਖੋ ਜਿਹੜੇ ਆਪਾਂ ਨੂੰ ਸਿੱਖੀ ਦੇ ਕਈ ਐਸੇ ਲੋਕ ਕਾਬਜ ਹੋਏ ਬੈਠੇ ਨੇ ਨਾ, ਉਹ ਕਦੇ ਨਹੀਂ ਚਾਹੁੰਦੇ ਸਾਡਾ ਪੁੱਤਰ ਗ੍ਰੰਥੀ ਬਣੇ, ਸਾਡਾ ਪੁੱਤਰ ਰਾਗੀ ਬਣੇ, ਗੁਰੂ ਘਰ ਅੰਦਰ ਕਿਸੇ ਤਰ੍ਹਾਂ ਸੇਵਾ ਕਰੇ। ਪਰ ਜੇ ਉੱਦਾਂ ਪੁੱਛ ਲਓ, ਉੱਦਾਂ ਕਹਿੰਦੇ ਅਸੀਂ ਸਿੱਖ ਹਾਂ। ਗੁਰੂ ਮਹਾਰਾਜ ਜੀ ਕਿਉਂ ਅਸੀਂ ਇਹ ਸੇਵਾ ਨਹੀਂ ਕਰਨੀ, ਅਸੀਂ ਤੇ ਉੱਚੀਆਂ ਕੁੱਲਾਂ ਵਾਲੇ ਹਾਂ ਜਾਂ ਅਸੀਂ ਬੜੇ ਧਨਾੜ ਹਾਂ, ਸਾਨੂੰ ਇਹ ਚੀਜ਼ ਦੀ ਲੋੜ ਨਹੀਂ ਹੈ। ਇਹ ਹੰਕਾਰ ਆ ਗਿਆ ਵੀ ਕਿ ਮੈਂ ਤਾਂ ਇੱਦਾਂ ਦੀ ਸੇਵਾ, ਸਾਡਾ ਬੱਚਾ ਕਿਉਂ ਇੱਦਾਂ ਦੀ ਸੇਵਾ ਕਰੇ। ਕਦੇ ਤੁਸੀਂ ਵੇਖਿਆ ਕਿਸੇ ਪ੍ਰਧਾਨ ਦਾ ਪੁੱਤਰ ਗ੍ਰੰਥੀ ਬਣਿਆ ਹੋਵੇ? ਹਾਲਾਂਕਿ ਉਹ ਕਹਿੰਦੇ ਪਦਵੀ ਬੜੀ ਵੱਡੀ ਹੈ, ਬਹੁਤ ਵੱਡੀ ਪਦਵੀ ਹੈ ਗੁਰੂ ਮਹਾਰਾਜ ਜੀ ਦਾ ਜਿਹੜਾ ਵਜ਼ੀਰ ਬਣਦਾ ਹੈ, ਪਰ ਉਹ ਹੁਣ ਕਾਗਜ਼ਾਂ ਵਿੱਚ ਹੀ ਰਹਿ ਗਿਆ ਹੈ। ਉਹ ਇਕੱਲਾ ਕਾਗਜ਼ਾਂ ਵਿੱਚ ਹੀ ਆਪਾਂ ਕਹਿੰਦੇ ਹਾਂ ਬੜਾ ਵੱਡਾ ਪਦਵੀ ਹੈ, ਪਰ ਜਿੰਨਾ ਆਪਾਂ ਸਤਿਕਾਰ ਕਰਦੇ ਹਾਂ ਉਹ ਆਪਾਂ ਨੂੰ ਪਤਾ ਹੀ ਹੈ। ਸੋ ਗੁਰਮੁਖੋ ਆਪਣੀ ਕੁਲ ਦੀ ਵੀ ਲੱਜਾ ਮਹਾਰਾਜ ਨਹੀਂ ਰੱਖੀ। ਕਿਸੇ ਤਰ੍ਹਾਂ ਵੀ ਰਿਸ਼ਤੇਦਾਰ ਕੀ ਕਹਿਣਗੇ, ਸੰਬੰਧੀ ਕੀ ਕਹਿਣਗੇ, ਮਹਾਰਾਜ ਉਹਨਾਂ ਦੀ ਵੀ ਕਾਣ ਨਹੀਂ ਧਰਦੇ। ਮਹਾਰਾਜ ਜੀ ਨੇ ਸਾਰੇ ਸੰਸਾਰ ਦੀ ਪਰਵਾਹ ਨਹੀਂ ਕੀਤੀ, ਸੰਸਾਰ ਕੀ ਆਖੇਗਾ। ਕਿਉਂਕਿ ਇਹ ਵੀ ਸਾਡੇ ਅੰਦਰ ਆਉਂਦਾ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਕੋਈ ਗ੍ਰੰਥੀ ਰਾਗੀ ਬਣੇ। ਨਹੀਂ ਜੀ, ਇੰਨਾ ਪੜ੍ਹ ਲਿਖ ਕੇ ਥੋੜ੍ਹਾ ਬਣੇਗਾ। ਅਸੀਂ ਤਾਂ ਚਾਹੁੰਦੇ ਹਾਂ ਜਿਹੜਾ 10ਵੀਂ ਫੇਲ ਆ ਉਹ ਗ੍ਰੰਥੀ ਬਣ ਜਾਵੇ। ਫਿਰ ਕਹਿੰਦੇ ਆ ਸਾਡੀ ਕੌਮ ਦਾ, ਸਿੱਖ ਕੌਮ ਦਾ ਪ੍ਰਚਾਰ ਨਹੀਂ ਹੁੰਦਾ। ਜਦੋਂ ਆਪਾਂ ਗ੍ਰੰਥੀ ਇੱਦਾਂ ਦੇ ਗੁਰਮੁਖ ਰੱਖਾਂਗੇ ਜਿਹੜੇ ਅਣਸਿੱਖੇ ਨੇ, ਫਿਰ ਉਹਨਾਂ ਨੇ ਸਾਨੂੰ ਗਿਆਨ ਵੀ ਉਹਨਾਂ ਕੀ ਦੇਣਾ ਹੈ। ਉਹ ਸਾਨੂੰ ਕੀ ਸਮਝ ਦੀ ਗੱਲ ਦੱਸਣਗੇ, ਕਿਉਂਕਿ ਉਹ ਪੜ੍ਹੇ ਵਿਚਾਰੇ ਇਹਨਾਂ ਕਿ ਉਹਨਾਂ ਦਾ ਵੀ ਕੀ ਕਸੂਰ ਹੈ। ਸੋ ਸਾਧ ਸੰਗਤ, ਦੁਨੀਆ ਦੀ ਲੋਕ ਲੱਜਾ ਨਹੀਂ ਰੱਖਣੀ ਕਿਸੇ ਵੀ ਤਰ੍ਹਾਂ ਦੀ। ਜਦੋਂ ਸੇਵਾ ਕੋਈ ਵੀ ਮਿਲਦੀ ਹੈ ਇਹ ਬੜੀ ਕਿਰਪਾ ਨਾਲ ਮਿਲਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਕੇ ਤਤਪਰ ਸਾਵਧਾਨ, ਬੜੇ ਸਾਵਧਾਨ ਹੋ ਕੇ ਸੇਵਾ ਵਿੱਚ ਤਤਪਰ ਰਹਿੰਦੇ ਹਨ। ਜੇ ਸਰੀਰ ਨੂੰ ਕੋਈ ਥੋੜ੍ਹਾ ਬਹੁਤਾ ਖੇਦ ਆਇਆ ਉਹਦੀ ਵੀ ਪਰਵਾਹ ਨਹੀਂ ਕਰਦੇ। ਤੁਸੀਂ ਵੀ ਦੇਖਿਆ ਹੋਣਾ, ਦਾਸ ਦੇ ਜੀਵਨ ਵਿੱਚ ਵੀ ਤਜਰਬਾ ਹੈ ਕਿ ਕਈ ਵਾਰ ਨਾ ਕਹਿੰਦੇ ਵੈਸੇ ਹੀ ਛੁੱਟੀ ਲੈਣੀ ਹੋਵੇ ਨਾ ਗੁਰਦੁਆਰਾ ਸਾਹਿਬ ਤੋਂ, ਵੈਸੇ ਬਹਾਨਾ ਬਣਾ ਦਿੰਦੇ ਸਾਡਾ ਕੋਈ ਰਿਸ਼ਤੇਦਾਰ ਬਿਮਾਰ ਹੋ ਗਿਆ, ਮੈਂ ਤਾਂ ਬਹੁਤ ਬਿਮਾਰ ਹਾਂ ਜੀ, ਮੈਂ ਨਹੀਂ ਆ ਸਕਦਾ। ਕਿਸੇ ਨਾ ਕਿਸੇ ਬਹਾਨੇ ਗੁਰਮੁਖੋ ਆਪਾਂ ਲੋਕਾਂ ਨੂੰ ਤੇ ਛਲਾਵਾ ਦੇ ਸਕਦੇ ਹਾਂ, ਪਰ ਗੁਰੂ ਤੇ ਜਾਣਦਾ ਹੈ ਨਾ। ਅਸਲ ਵਿੱਚ ਸਾਡੀ ਉਹ ਭਾਵਨਾ ਨਹੀਂ ਹੈ, ਉਸ ਤਰ੍ਹਾਂ ਦੀ ਭਾਵਨਾ ਵਾਲੇ ਸਾਡੇ ਕੋਲ ਗ੍ਰੰਥੀ ਨਹੀਂ, ਸਿੱਖ ਤੇ ਸਾਧ ਸੰਗਤ। ਉਹ ਸਾਡੀ ਭਾਵਨਾ ਕਿਸ ਤਰ੍ਹਾਂ ਦੀ ਹੈ? ਜਦੋਂ ਭਾਵਨਾ ਨਾਲ ਇਹ ਡਿਊਟੀ ਨਾ ਸਮਝੀਏ, ਇਹਨੂੰ ਗੁਰੂ ਨੇ ਸਾਨੂੰ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ, ਜਦੋਂ ਇਹ ਸਮਝ ਕੇ ਚੱਲਾਂਗੇ ਫਿਰ ਬਹਾਨਾ ਲਾਉਣ ਦੀ ਲੋੜ ਨਹੀਂ ਹੈ। ਬਹਾਨਾ ਆਪਾਂ ਉਦੋਂ ਲਾਉਂਦੇ ਹਾਂ ਜਦੋਂ ਕਹਿੰਦੇ ਹਾਂ ਚਲੋ ਡਿਊਟੀ ਹੁਣ ਤਾਂ ਕਰਨੀ ਪੈਣੀ, ਚਲੋ ਆਪਾਂ ਵੀ ਛੁੱਟੀ ਮਾਰ ਲਈਏ। ਗੁਰੂ ਦੀ ਸੇਵਾ ਵਿੱਚ, ਨਿਤਨੇ ਵਿੱਚ ਕਦੇ ਛੁੱਟੀ ਨਹੀਂ ਹੈ। ਹੋਰ ਥਾਵਾਂ 'ਤੇ ਛੁੱਟੀ ਹੋ ਸਕਦੀ ਹੈ, ਇੱਥੇ ਛੁੱਟੀ ਨਹੀਂ ਹੈ। ਭਾਵੇਂ ਥੋੜ੍ਹਾ ਬਹੁਤ ਖੇਦ ਆਉਂਦਾ ਮਹਾਰਾਜ ਫਿਰ ਵੀ ਪਰਵਾਹ ਨਹੀਂ ਕਰਦੇ, ਸੇਵਾ ਵਿੱਚ ਲੱਗਦੇ ਹਨ। ਔਰ ਇਸ ਤਰ੍ਹਾਂ ਮਹਾਰਾਜ ਦਿਨ ਰਾਤ ਪ੍ਰੇਮਾ ਭਗਤੀ ਦੇ ਵਿੱਚ ਜੁੜੇ ਹਨ। ਔਰ ਕਿਸੇ ਨਾਲ ਈਰਖਾ ਵੀ ਨਹੀਂ ਕਰਦੇ, ਕਿਉਂਕਿ ਸੇਵਾ ਕਰਦਿਆਂ ਇਹ ਵੀ ਗੱਲ ਹੋ ਜਾਂਦੀ ਹੈ ਵੀ ਉਹ ਮੇਰੇ ਤੋਂ ਅੱਗੇ ਕੋ ਲੰਘ ਗਿਆ। ਕਈ ਵਾਰ ਐਸਾ ਵੀ ਹੋ ਜਾਂਦਾ ਹੈ। ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਅਜੇ ਸੇਵਕ ਰੂਪ ਵਿੱਚ ਨੇ,
ਕਿਸੇ ਨਾਲ ਈਰਖਾ ਨਹੀਂ ਕਰਦੇ, ਭਾਵਨਾ ਨਾਲ ਸੇਵਾ ਕਰਦੇ ਹਨ। ਔਰ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਜਿਹੜੀ ਟਹਿਲ ਹੈ ਉਹ ਵੀ ਕਰਦੇ ਹਨ। ਆਪ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੇ ਜਿਹੜੇ ਅਸਥਾਨ ਦੀ ਰਚਨਾ ਹੋਈ ਹੈ, ਆਪ ਮਿੱਟੀ ਪੱਟ ਕੇ ਜਿਹੜੀ ਟੋਕਰੀ ਦੇ ਨਾਲ ਸੇਵਾ ਕੀਤੀ ਹੈ। ਉੱਥੋਂ ਮਿੱਟੀ ਪੱਟ ਕੇ ਮਹਾਰਾਜ ਦੂਰ ਜਾ ਕੇ ਸੁੱਟ ਕੇ ਆਉਂਦੇ ਹਨ। ਇਸ ਤਰ੍ਹਾਂ ਜਿਹੜੀ ਮਿੱਟੀ ਹੈ ਉਹ ਸਾਰੇ ਸਰੀਰ ਤੇ ਵਸਤਰਾਂ ਤੇ ਲੱਗਦੀ ਹੈ। ਮਨ ਵਿੱਚ ਕਦੇ ਇਸ ਗੱਲ ਦਾ ਗਿਲਾ ਨਹੀਂ ਆਉਂਦਾ ਵੀ ਕੱਪੜਿਆਂ ਨੂੰ ਮਿੱਟੀ ਲੱਗ ਗਈ ਹੈ ਜਾਂ ਹੱਥ ਪੈਰ ਲਿਬੜ ਗਏ ਨੇ, ਸਰੀਰ ਨੂੰ ਮਿੱਟੀ ਲੱਗ ਗਈ ਹੈ। ਅੱਜ ਕੱਲ੍ਹ ਆਪਣੇ ਵਿੱਚ ਇਹ ਵੀ ਹੈ ਵੀ ਮੈਂ ਭਾਂਡੇ ਕਿਉਂ ਮਾਂਜਾਂ, ਮੈਂ ਤੇ ਹੁਣ ਪੈਂਟ ਕੋਟ ਪਾ ਕੇ ਆਇਆ, ਬਸਤਰ ਪਾ ਕੇ ਆਇਆ। ਇਸ ਤਰ੍ਹਾਂ ਦੇ ਸੇਵਾ ਵੱਲੋਂ ਫਿਰ ਆਪਾਂ ਪਿੱਛੇ ਹਟ ਜਾਂਦੇ ਹਾਂ, ਕਿਉਂਕਿ ਬਸਤਰ ਪਾਏ ਨੇ ਖਰਾਬ ਹੋ ਜਾਣਗੇ। ਇਹ ਖਰਾਬ ਨਹੀਂ ਹੁੰਦੇ, ਸਗੋਂ ਇਹ ਸਫਲ ਹੁੰਦੇ ਨੇ ਜਦੋਂ ਗੁਰੂ ਦੀ ਸੇਵਾ ਵਿੱਚ ਆਪਾਂ ਲੱਗਦੇ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਕਰ ਰਹੇ ਹਨ। ਔਰ ਇਸ ਤਰ੍ਹਾਂ ਜਿਹੜਾ ਹੈ ਮਨ ਬਚ ਕਰਮ ਕਰਕੇ ਸੇਵਾ ਦੇ ਵਿੱਚ ਜੁੜੇ ਹੋਏ ਨੇ। ਮਨ ਵਿੱਚ ਪੂਰੀ ਸ਼ਰਧਾ ਹੈ ਔਰ ਜੋ ਬਚਨਾਂ ਵਿੱਚ ਕਹਿੰਦੇ ਨੇ ਉਹ ਆਪ ਵੀ ਕਰਦੇ ਨੇ। ਅਸੀਂ ਹੁਣ ਤੁਹਾਨੂੰ ਤੇ ਸੇਵਾ ਵਾਸਤੇ ਕਹਾਂਗੇ ਗੁਰੂ ਸੰਗਤ ਜੀ, ਪਰ ਆਪ ਸੇਵਾ ਕਰਨ ਤੋਂ ਕੰਨੀ ਕਤਰਾਉਣ ਲੱਗ ਜਾਂਦੇ ਹਾਂ। ਤੁਸੀਂ ਵੇਖਿਆ ਕਦੇ ਕੋਈ ਰਾਗੀ ਸਿੰਘ ਜਾਂ ਗ੍ਰੰਥੀ ਸਿੰਘ ਸੇਵਾ ਕਰਦੇ ਵੀ ਨੇ, ਪਰ ਬਹੁਤ ਨਹੀਂ ਹੈਨ, ਵਿਰਲੇ ਨਾ ਹੀ ਘਣੇ ਨਹੀਂ ਹਨ, ਥੋੜ੍ਹੇ ਵਿਰਲੇ ਨੇ। ਫੈਲ ਫਕੜ ਸੰਸਾਰ। ਸੋ ਸੇਵਾ ਦੂਜਿਆਂ ਨੂੰ ਆਪਾਂ ਕਹੀਏ ਵੀ ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹੋ, ਅੰਮ੍ਰਿਤ ਛਕੋ, ਆਪ ਛਕਦੇ ਨਹੀਂ, ਆਪ ਬਾਣੀ ਪੜ੍ਹਦੇ ਨਹੀਂ, ਅੰਮ੍ਰਿਤ ਵੇਲੇ ਉੱਠਦੇ ਨਹੀਂ, ਦੂਜਿਆਂ ਨੂੰ ਆਪਾਂ ਕਹੀ ਜਾਵਾਂਗੇ। ਪਹਿਲਾਂ ਸਿੱਖ ਐਸੇ ਹੁੰਦੇ ਸੀ, ਉਹ ਆਪਣੇ ਜੀਵਨ 'ਤੇ ਲਾਗੂ ਕਰਦੇ ਸੀ। ਉਹਨਾਂ ਨੂੰ ਫਿਰ ਕਹਿਣ ਦੀ ਲੋੜ ਵੀ ਨਹੀਂ ਸੀ ਪੈਂਦੀ ਕਿ ਵੇਖੋ ਵੇਖੀ ਦੂਜੇ ਆਪਣੇ ਆਪ ਉਹਨਾਂ ਦੇ ਜੀਵਨ ਨੂੰ ਵੇਖ ਕੇ ਕਈਆਂ ਦਾ ਜੀਵਨ ਬਦਲ ਜਾਂਦਾ ਸੀ। ਸੋ ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਕਰਦੇ ਨੇ ਮਨ ਕਰਕੇ, ਬਚਨਾ ਕਰਕੇ, ਔਰ ਉਹਨਾਂ ਦੇ ਕਰਮਾਂ ਵਿੱਚ ਵੀ ਹੈ। ਕਰਮ ਭਾਵ ਜਿਹੜਾ ਰੋਜ਼ ਆਪਾਂ ਕਰਮ ਕਰਦੇ ਹਾਂ, ਸੇਵਾ ਉਹਨਾਂ ਦੇ ਕਰਮਾਂ ਵਿੱਚ ਵੀ ਭਾਵ ਰੋਜ਼ ਦੀ ਕਿਰਿਆ ਵਿੱਚ ਵੀ ਦਿਖਾਈ ਦਿੰਦੀ ਹੈ। ਔਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਨੋਰਥ ਹੈ ਮਨ ਵਿੱਚ ਨਹੀਂ ਰੱਖਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਤਰਜਾਮੀ ਘਟ ਘਟ ਦੇ ਜਾਣਨਹਾਰ ਹਨ। ਔਰ ਜਿਹੜੀ ਵੀ ਸੇਵਾ ਕਰ ਰਹੇ ਨੇ ਉਹ ਕਹਿੰਦੇ ਸਾਰੀ ਸੇਵਾ ਗੁਰੂ ਦੀ ਸੇਵਾ ਹੈ। ਬੜਾ ਹਿਰਦੇ ਵਿੱਚ ਪ੍ਰੇਮ ਨੂੰ ਪਰਪੱਕ ਕਰਕੇ, ਬੜੀ ਰੂੜਤਾ ਨਾਲ, ਬੜੀ ਗੂੜਤਾ ਨਾਲ, ਪੂਰੀ ਸਮਤ ਸ੍ਰੇਸ਼ਟ ਮਤ ਨੂੰ ਧਾਰਨ ਕਰਕੇ ਸ਼ਰਧਾ ਨਾਲ, ਬੜੀ ਭਾਵਨਾ ਨਾਲ ਸੇਵਾ ਵਿੱਚ ਲੱਗੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਸੇਵਾ ਦਾ ਬਹੁਤ ਵੱਡਾ ਲਾਭ ਜਾਣਦੇ ਨੇ ਕਿ ਸੇਵਾ ਦਾ ਬਹੁਤ ਵੱਡਾ ਮਹਾਤਮ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਦੇ ਭੇਦ ਨੂੰ ਪਛਾਣਦੇ ਹਨ, ਜਾਣਦੇ ਹਨ। ਇਸ ਤਰ੍ਹਾਂ ਕੁਝ ਦਿਨਾਂ ਦਾ ਸਮਾਂ ਜਿਹੜਾ ਉਹ ਬਤੀਤ ਹੋਇਆ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਲੇਸ ਮਾਤਰ ਵੀ ਹੰਕਾਰ ਨਹੀਂ ਹੈ। ਹੰਕਾਰ ਦੀਆਂ ਕਈ ਕਿਸਮਾਂ ਦਸੀਆਂ ਨੇ ਗੁਰਬਾਣੀ ਦੇ ਵਿੱਚ। ਮਹਾਰਾਜ ਜੀ ਨੇ ਥਾਂ ਪਰ ਥਾਂ ਦੱਸਿਆ ਹੈ। ਹੰਕਾਰ ਕਈ ਤਰ੍ਹਾਂ ਦਾ ਹੈ। ਸੋਹਣੀ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ, ਉੱਥੇ ਮਹਾਰਾਜ ਵਚਨ ਕਰਦੇ ਨੇ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਨੈ ਮੈਂ ਜੋਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ, ਆਪ ਕੋ ਕਰਮਵੰਤ ਕਹਾਵੈ, ਜਨਮ ਮਰੈ ਵੋ ਜੋਨ ਪਰਮਾਵੈ। ਉੱਥੇ ਮਹਾਰਾਜ ਹੰਕਾਰ ਦੀਆਂ ਕਿਸਮਾਂ ਦੱਸਦੇ ਨੇ, ਨਾਲ ਉਹਨਾਂ ਦਾ ਫਲ ਵੀ ਦੱਸਿਆ ਹੈ। ਆਪਾਂ ਨੂੰ
ਵਧੀਆ ਘਰ ਮਿਲ ਗਿਆ, ਪਰਿਵਾਰ ਸੰਤਾਨ ਹੈ, ਕਾਰੋਬਾਰ ਠੀਕ ਹੈ, ਤੇ ਕਹਿੰਦੇ ਅਸੀਂ ਬੜੇ ਕਰਮਾਂ ਵਾਲੇ ਹਾਂ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਭਰਮਾਵੈ। ਇਹ ਵੀ ਹੰਕਾਰ ਹੈ, ਕਿਉਂਕਿ ਸਾਨੂੰ ਜੋ ਕੁਝ ਮਿਲਿਆ ਹੈ ਉਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਹੈ। ਉਹ ਮਹਾਰਾਜ ਜੀ ਨੇ ਸੁਖਮਨੀ ਸਾਹਿਬ 'ਚ ਪਹਿਲਾਂ ਬਚਨ ਕੀਤੇ ਨੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕੁਰ ਕੋ ਰੱਖ ਮਨ ਮਾਏ। ਉੱਥੇ ਮਹਾਰਾਜ ਨੇ ਸਾਰੀ ਕਿਰਪਾ ਦੀ ਗੱਲ ਕੀਤੀ ਹੈ ਵੀ ਤੈਨੂੰ ਪਰਿਵਾਰ ਮਿਲਿਆ, ਘਰ ਮਿਲਿਆ ਹੈ, ਇਹ ਤੇਰੇ ਆਪਣੇ ਬਲ ਕਰਕੇ ਨਹੀਂ, ਇਹ ਵਾਹਿਗੁਰੂ ਦੀ ਕਿਰਪਾ ਹੈ। ਜੇ ਆਪਣੇ ਬਲ ਕਰਕੇ ਮਿਲਦਾ ਹੁੰਦਾ ਸੰਸਾਰ ਵਿੱਚ ਕੋਈ ਵੀ ਸੰਤਾਨ ਤੋਂ ਵੀ ਹੋਣਾ ਨਾ ਹੁੰਦਾ। ਕਈਆਂ ਦੇ ਕੋਲ ਘਰ ਨਹੀਂ ਹੈ, ਕੋਈ ਦੁਨੀਆ ਘਰ ਤੋਂ ਬਿਨਾਂ ਨਾ ਹੁੰਦੀ। ਕਿਸੇ ਦੇ ਆਪਣੇ ਬਲ ਵਿੱਚ ਸਾਹਿਬ ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਪਛਾਣਨਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਹਿਰਦੇ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ ਹੈ। ਲਾਹੌਰ ਤੋਂ ਬਹੁਤ ਸਾਰੇ ਲੋਕ ਗੰਗਾ ਦੀ ਯਾਤਰਾ ਵਾਸਤੇ ਤੁਰਨ ਲੱਗੇ ਹਨ, ਔਰ ਉੱਥੋਂ ਚੱਲ ਕੇ ਉਹ ਰਸਤੇ ਵਿੱਚ ਆਏ ਨੇ। ਇੱਕ ਥਾਂ 'ਤੇ ਆ ਕੇ ਉਹਨਾਂ ਨੇ ਡੇਰਾ ਕੀਤਾ ਹੈ। ਉਹ ਜਿਹੜਾ ਬਹੁਤ ਸਾਰੇ ਲੋਕ ਲਾਹੌਰ ਤੋਂ ਗੰਗਾ ਦੀ ਯਾਤਰਾ ਵਾਸਤੇ ਤੁਰੇ, ਰਸਤੇ ਵਿੱਚ ਆ ਕੇ ਉਹਨਾਂ ਨੇ ਪੜਾਅ ਕੀਤਾ ਹੈ। ਉਹਨਾਂ ਵਿੱਚ ਬਹੁਤ ਸਾਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਰੀਕਾ ਭਾਈਚਾਰਾ ਸੰਬੰਧੀ ਹਨ, ਔਰ ਕਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਪਨ ਦੇ ਸਾਥੀ ਹਨ। ਕਈ ਰਿਸ਼ਤੇਦਾਰ, ਕੋਈ ਭਰਾ ਲੱਗਦਾ, ਕੋਈ ਚਾਚਾ ਲੱਗਦਾ, ਕੋਈ ਤਾਇਆ ਲੱਗਦਾ ਹੈ। ਇਸ ਤਰ੍ਹਾਂ ਦੇ ਸਾਰੇ ਉਹ ਸੰਬੰਧੀ ਹਨ। ਔਰ ਸੋਢ ਵੰਸ਼ ਦੇ ਵਿੱਚੋਂ ਇਹ ਬਹੁਤ ਸਾਰੇ ਜਿਹੜੇ ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਸ਼ਰੀਕਾ ਭਾਈਚਾਰੇ ਵਿੱਚ ਸੰਬੰਧੀ ਹਨ, ਉਹ ਆਏ ਹਨ। ਕਈ ਮਹਾਰਾਜ ਜੀ ਦੇ ਜਿਹੜੇ ਸਖਾ ਹਨ, ਮਿੱਤਰ ਹਨ, ਉਹ ਉਹਨਾਂ ਦੀ ਹਮ ਉਮਰ ਦੇ ਹਨ। ਕਈ ਉਹਨਾਂ ਵਿੱਚੋਂ ਪੜੋਸੀ ਹਨ। ਕਈ ਉਹਨਾਂ ਵਿੱਚੋਂ ਬਹੁਤ ਸਾਰੇ ਲਾਹੌਰ ਦੇ ਬਜ਼ੁਰਗ ਹਨ, ਜਿਹੜੇ ਵੈਸੇ ਹੀ ਉਸ ਨਗਰ ਦੇ ਹੋਣ ਕਰਕੇ ਹਿੱਤ ਕਰਦੇ ਹਨ। ਔਰ ਕਈ ਵੈਸੇ ਹੀ ਜਿਹੜੇ ਮੇਲ ਗੇਲ ਵਾਲੇ ਹਨ, ਉਹ ਵੀ ਹਨ ਜੀ। ਕੋਈ ਤਾਇਆ ਲੱਗਦਾ, ਕੋਈ ਚਾਚਾ ਲੱਗਦਾ। ਇਸ ਤਰ੍ਹਾਂ ਸੋਢੀ ਕੁਲ ਦੇ ਬਹੁਤ ਸਾਰੇ ਲੋਕ ਉਸ ਜਥੇ ਦੇ ਵਿੱਚ ਜਿਹੜੇ ਗੰਗਾ ਦੀ ਯਾਤਰਾ ਨੂੰ ਜਾ ਰਿਹਾ ਹੈ, ਉਹਨਾਂ ਵਿੱਚ ਆਏ ਹਨ। ਸਾਰੇ ਉਹ ਕਹਿੰਦੇ ਵੀ ਚਲੋ ਆਪਾਂ ਜਾ ਤੇ ਹੀ ਰਹੇ ਹਾਂ, ਰਸਤੇ ਵਿੱਚ ਗੋਬਿੰਦਵਾਲ ਸਾਹਿਬ ਪੈਂਦਾ, ਆਪਾਂ ਇੱਥੇ ਜਿਹੜੇ ਆਪਣੇ ਰਹਿੰਦੇ ਹਨ ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ, ਕਹਿੰਦੇ ਆਪਾਂ ਉਹਨਾਂ ਨੂੰ ਵੀ ਮਿਲਦੇ ਚਲੀਏ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਹਨ, ਦਿਜ ਕੇਤਕ ਪ੍ਰੋਹਤ ਤੇ ਆਦਿ, ਉਹਨਾਂ ਵਿੱਚੋਂ ਕਈ ਬ੍ਰਾਹਮਣ ਵੀ ਹਨ, ਕਿਉਂਕਿ ਉਹ ਜਿਹੜੇ ਯਾਤਰਾ ਕਰਨ ਜਾ ਰਹੇ ਨੇ ਸਾਰੇ ਹਿੰਦੂ ਸਮਾਜ ਨਾਲ ਸੰਬੰਧਿਤ ਹਨ। ਉਹਨਾਂ ਵਿੱਚ ਕਈ ਪੰਡਤ ਬ੍ਰਾਹਮਣ ਹਨ, ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਾ ਰਹੇ ਹਨ। ਇਸ ਤਰ੍ਹਾਂ ਕਈ ਉਹਨਾਂ ਵਿੱਚੋਂ ਛਤਰੀ ਹਨ, ਵੈਸ਼ ਹਨ। ਇਹ ਸਾਰੇ ਜਿਹੜੇ ਹਨ ਬੜੇ ਆਨੰਦ ਨਾਲ ਇਹ ਜਥਾ ਸਾਰਾ ਆ ਰਿਹਾ ਹੈ। ਔਰ ਕਈ ਵੈਸ਼ ਸ਼ੂਦਰ ਜਿਹੜੇ ਹਨ, ਉਹਨਾਂ ਦੇ ਨੇੜੇ ਵਸਦੇ ਹਨ, ਜਿਨ੍ਹਾਂ ਦੇ ਨਾਲ ਬਸ ਬੋਲ ਚਾਲ ਰੱਖਿਆ ਹੈ। ਔਰ ਇਸ ਤਰ੍ਹਾਂ ਕਹਿੰਦੇ ਵੀ ਸਾਰੇ ਆਪਾਂ ਜਿਹੜੇ ਹਾਂ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਹਾਲ ਚਾਲ ਪੁੱਛੀਏ ਜੀ। ਇੱਥੇ ਬਾਬਾ ਹਰਦਾਸ ਜੀ ਦਾ ਪੁੱਤਰ ਭਾਈ ਜੇਠਾ ਰਹਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੁਰਗੱਦੀ ਪ੍ਰਾਪਤ ਹੋਈ, ਔਰ ਉਹਨਾਂ ਨੇ ਆ ਕੇ ਨਗਰੀ ਗੋਬਿੰਦਵਾਲ ਸਾਹਿਬ ਜਿਹੜਾ ਵਸਾਣਾ ਕੀਤਾ ਹੈ। ਕਹਿੰਦੇ ਗੁਰੂ ਅਮਰ
ਅਮਰਦਾਸ ਮਹਾਰਾਜ ਜੀ ਦੇ ਕੋਲ ਬਾਬਾ ਹਰਦਾਸ ਜੀ ਦੇ ਪੁੱਤਰ ਭਾਈ ਜੇਠਾ ਜੀ ਨੇ ਰਹਿ ਕੇ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਨੇ। ਉਹਨਾਂ ਦਾ ਆਸਰਾ ਲਿਆ ਹੈ। ਆਪਣੇ ਸਹੁਰੇ ਘਰ ਦੇ ਵਿੱਚ ਬਾਬਾ ਹਰਦਾਸ ਜੀ ਦਾ ਪੁੱਤਰ ਭਾਈ ਜੇਠਾ ਭਾਵ ਗੁਰੂ ਰਾਮਦਾਸ ਜੀ ਰਹਿ ਰਹੇ ਹਨ। ਗੁਰੂ ਰਾਮਦਾਸ ਮਹਾਰਾਜ ਜੀ ਦੇ ਇੱਕ ਵੱਡੇ ਭਰਾ ਹਨ ਭਾਈ ਸਹਾਰੀ ਜੀ, ਜੋ ਲਾਹੌਰ ਦੇ ਵਿੱਚ ਰਹਿਣ ਵਾਲੇ ਹਨ, ਜਿਨ੍ਹਾਂ ਨੇ ਆਪਣਾ ਸਾਰਾ ਘਰ ਸੰਭਾਲਿਆ ਹੋਇਆ ਹੈ। ਉਹ ਜੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸਾਰਾ ਵਿਵਹਾਰ ਕਰਦੇ ਹਨ, ਉਹਨਾਂ ਨੂੰ ਛੱਡ ਕੇ ਭਾਈ ਜੇਠਾ ਜੀ ਇੱਥੇ ਆ ਕੇ ਰਹੇ ਹਨ। ਭਾਈ ਸਹਾਰੀ ਜੀ ਜਿਹੜੇ ਨੇ ਉਹ ਕਈ ਵਿਦਵਾਨਾਂ ਦੀ ਇਹ ਵੀ ਰਾਏ ਹੈ ਕਿ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਾਏ ਦੇ ਪੁੱਤਰ ਸਨ। ਭਾਈ ਸੰਤੋਖ ਸਿੰਘ ਜੀ ਨੇ ਇੱਥੇ ਉਹਨਾਂ ਨੂੰ ਵੱਡਾ ਉਹਨਾਂ ਦਾ ਭਰਾਤਾ ਲਿਖਿਆ ਹੈ। ਇਸ ਤਰ੍ਹਾਂ ਇਹ ਭਾਈ ਸਹਾਰੀ ਜੀ ਵੀ ਨਾਲ ਹਨ ਜੀ। ਤੇ ਭਾਈ ਸਹਾਰੀ ਜੀ ਵੀ ਕਹਿੰਦੇ ਚਲੋ ਆਪਾਂ ਜ਼ਰੂਰ ਦੇਖਾਂਗੇ ਵੀ ਸਾਡਾ ਉਹ ਭਰਾ ਭਾਈ ਜੇਠਾ ਕਿਸ ਹਾਲ ਵਿੱਚ ਰਹਿ ਰਿਹਾ ਹੈ। ਇਸ ਤਰ੍ਹਾਂ ਸਾਧ ਸੰਗਤ ਬੌਲੀ ਸਾਹਿਬ ਦੇ ਪਾਵਨ ਅਸਥਾਨ ਦੀ ਰਚਨਾ ਜਿਹੜੀ ਹੈ ਉਹ ਹੋ ਰਹੀ ਹੈ। ਕਿਵੇਂ ਇਹ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਬੰਧੀ ਲਾਹੌਰ ਦੇ ਹੋਰ ਬਹੁਤ ਸਾਰੇ ਲੋਕ ਇੱਥੇ ਪਹੁੰਚਣਗੇ, ਕੀ ਵਾਰਤਾਲਾਪ ਹੋਏਗੀ ਉਹ ਕਥਾ ਆਪ ਅਗਲੇ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਮਹਾਰਾਜ ਜੀ ਦਾ ਪਾਵਨ ਮਹਾਨ ਇਤਿਹਾਸ ਜਸ ਵਡਿਆਈ ਕਰਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਜੀ ਅਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਸਾਧ ਸੰਗਤ ਅਸੀਸ ਦੇਣੀ ਕਿ ਗੁਰੂ ਪਾਤਸ਼ਾਹ ਜੀ ਜੀਵਨ ਜਿਹੜਾ ਹੈ ਉਹ ਸਾਨੂੰ ਗੁਰਮਤਿ ਦੇ ਅਨੁਸਾਰ ਜੀਵਨ ਦੀ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨ। ਔਰ ਜਿਹੜੀ ਸਿੱਖੀ ਹੈ ਕੇਸਾਂ ਸਵਾਸਾਂ ਦੇ ਨਾਲ ਅਸੀਂ ਨਿਭਾਈਏ ਜੋ